ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਬੇਅਦਬੀ, ਸੈਕਰੀਲੇਜ ਇਹ ਇੱਕ ਛੋਟਾ ਜਾਂ ਇੱਕ ਧਰਮ ਦਾ ਮੁੱਦਾ ਨਹੀਂ ਹੈ। ਪਹਿਲਾਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਕੱਲ ਪਟਿਆਲਾ ਤੇ ਦੇਸ਼ 'ਚ ਵੀ ਇਹ ਕੋਈ ਨਵੀਂ ਗੱਲ ਨਹੀਂ ਹੈ 2015 'ਚ। ਲੇਕਿਨ ਨਵੀਂ ਗੱਲ ਜਾਂ ਜਿਹੜਾ ਪੈਟਰਨ ਹੁਣ ਬਣ ਰਿਹਾ ਉਹ ਇਹ ਹੈ ਕਿ ਚੋਣਾਂ ਦੇ ਕੋਲ ਆ ਕੇ ਇਹੋ ਜਿਹੇ ਬਹੁਤ ਕੇਸਿਸ ਆਉਣ ਲੱਗ ਜਾਂਦੇ ਨੇ ਸਾਹਮਣੇ। ਸਕਸੈਸਿਵ ਸਰਕਾਰਾਂ ਐਵੇਂ ਲੱਗ ਰਿਹਾ ਕਿ ਫੇਲ ਹੋ ਰਹੀਆਂ ਨੇ ਪੰਜਾਬ 'ਚ ਲਾਅ ਐਂਡ ਆਰਡਰ ਨੂੰ ਪ੍ਰੋਟੈਕਟ ਕਰਨ ਜਾਂ ਸੈਕਰੀਲੇਜ ਦੇ ਇਸ਼ੂਜ਼ ਨੂੰ ਰੋਕਣ ਲਈ। ਇਹਦੇ ਬਾਰੇ ਕੀ ਕੀਤਾ ਜਾ ਸਕਦਾ, ਕੌਣ ਜ਼ਿੰਮੇਵਾਰ ਹੈ, ਪੂਰੀ ਅੱਜ ਡਿਸਕਸ਼ਨ ਕਰਾਂਗੇ, ਡਿਬੇਟ ਕਰਾਂਗੇ। ਸਾਡੇ ਨਾਲ ਸਾਰੀ ਹੀ ਪਾਰਟੀਜ਼ ਦੇ ਅੱਜ ਪ੍ਰਵਕਤਾ ਮੌਜੂਦ ਨੇ। ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਮੌਜੂਦ ਨੇ, ਬੀਜੇਪੀ ਤੋਂ ਅਸ਼ੋਕ ਸਰੀਨ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਜਗਬੀਰ ਸਿੰਘ ਸੋਖੀ ਜੀ ਤੇ ਆਮ ਆਦਮੀ ਪਾਰਟੀ ਤੋਂ ਰਾਜਨ ਅਮਰਦੀਪ ਸਿੰਘ ਤੇ ਸਾਂਝਾ ਸਮਾਜ ਮੋਰਚਾ ਤੋਂ ਜੰਗਵੀਰ ਚੌਹਾਨ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਸਾਡੇ ਨਾਲ ਜੁੜਨ ਲਈ। ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਏ ਹੋ। ਤੇ ਸ਼ੁਰੂਆਤ ਕਰਾਂਗੇ ਕਿ ਕਿਵੇਂ ਇਹ ਸਭ ਹੋ ਰਿਹਾ, ਕਿਉਂ ਹੋ ਰਿਹਾ, ਕੌਣ ਕਰ ਰਿਹਾ, ਇਹਦਾ ਕਿਸ ਨੂੰ ਫਾਇਦਾ ਮਿਲ ਸਕਦਾ ਹੈ। ਆਓ ਕਰਦੇ ਹਾਂ ਸ਼ੁਰੂ। ਬਾਰ-ਬਾਰ ਇਹੋ ਜਿਹੇ ਇਨਸੀਡੈਂਟਸ ਪਿਛਲੀ ਵਾਰ ਵੀ ਇਲੈਕਸ਼ਨ ਤੋਂ ਪਹਿਲਾਂ ਸ਼ੁਰੂ ਹੋਏ ਸੀ, ਇਸ ਵਾਰ ਵੀ। ਇਹ ਕੌਣ ਕਰਾ ਰਿਹਾ ਹੈ, ਇਹਦਾ ਕਿਹਨੂੰ ਫਾਇਦਾ ਮਿਲੇਗਾ, ਤੇ ਸਾਡੇ ਲਾਅ ਐਂਡ ਆਰਡਰ, ਸਾਡੇ ਰਿਲੀਜੀਅਸ ਸੈਂਟੀਮੈਂਟਸ, ਇਹ ਸਾਰਾ ਕੁਝ ਬਹੁਤ ਕੁਝ ਹਰਟ ਹੋ ਰਿਹਾ, ਇਫੈਕਟ ਹੋ ਰਿਹਾ। ਅੱਜ ਸਾਰੀ ਪਾਰਟੀਆਂ ਨੇ ਕਹਿਤਾ ਹੈ ਕਿ ਸਾਡਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ, ਇੱਥੇ ਐਕਸ਼ਨ ਹੋਣਾ ਚਾਹੀਦਾ ਹੈ। ਇਹ ਬਹੁਤ ਹੀ ਗੰਭੀਰ ਮੁੱਦਾ ਬਣਦਾ ਜਾ ਰਿਹਾ। ਸੋ ਅੱਜ ਸਾਡੇ ਨਾਲ ਸਾਰੇ ਹੀ ਮੇਜਰ ਪਾਰਟੀਜ਼ ਦੇ ਨੁਮਾਇੰਦੇ ਜੁੜੇ ਨੇ, ਇਹਨਾਂ ਨਾਲ ਗੱਲ ਕਰਾਂਗੇ। ਤੇ ਪਹਿਲਾਂ ਤੁਹਾਨੂੰ ਇੰਟਰੋਡਿਊਸ ਕਰਾ ਦਿੰਦਾ। ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਸਾਡੇ ਨਾਲ ਨੇ, ਬੀਜੇਪੀ ਤੋਂ ਅਸ਼ੋਕ ਸਰੀਨ ਜੀ, ਸ਼੍ਰੋਮਣੀ ਅਕਾਲੀ ਦਲ ਤੋਂ ਜਗਬੀਰ ਸਿੰਘ ਸੋਖੀ ਜੀ, ਆਮ ਆਦਮੀ ਪਾਰਟੀ ਤੋਂ ਰਾਜਨ ਅਮਰਦੀਪ ਸਿੰਘ ਤੇ ਐਸਐਸਐਮ ਤੋਂ ਜੰਗਵੀਰ ਚੌਹਾਨ ਜੀ। ਚਲੋ ਆਪਾਂ ਸ਼ੁਰੂਆਤ ਪਹਿਲਾਂ ਕਰਦੇ ਹਾਂ ਬੀਜੇਪੀ ਤੋਂ। ਅਸ਼ੋਕ ਸਰੀਨ ਜੀ, ਸੈਂਟਰ 'ਚ ਵੀ ਤੁਹਾਡੀ ਸਰਕਾਰ ਹੈ, ਬਹੁਤ ਕੇਸਿਸ ਦੇ ਹੁੰਦੇ ਰਹੇ ਨੇ। ਖਾਸ ਕਰਕੇ ਜੇ ਪੰਜਾਬ 'ਚ ਗੱਲ ਕਰੀਏ 2015 ਤੋਂ ਲੈ ਕੇ 2017 ਦੇ ਵਿੱਚ ਹੋਏ, ਹੁਣ ਫੇਰ ਬਿਲਕੁਲ ਇਲੈਕਸ਼ਨਸ ਤੋਂ ਪਹਿਲਾਂ ਇਹ ਕੇਸਿਸ ਹੋਣੇ ਸ਼ੁਰੂ ਹੋ ਗਏ ਨੇ। ਕੀ ਕਹੋਗੇ? ਦੇਖੋ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹਨੂੰ ਚੋਣਾਂ ਦੇ ਨਾਲ, ਕਿਸੇ ਜਾਤੀ ਪੰਥ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ, ਕਿਉਂਕਿ ਪੰਜਾਬ ਦੇ ਅੰਦਰ ਇਹ ਇੱਕ ਇਹੋ ਜਿਹਾ ਮੁੱਦਾ ਹੈ ਜਿਹਦੇ ਨਾਲ ਹਰ ਪੰਜਾਬੀ ਦਾ ਦਿਲ ਕੁਰੇਦਦਾ ਹੈ। ਹਰ ਪੰਜਾਬੀ ਦੁਖੀ ਹੁੰਦਾ ਹੈ ਜਦੋਂ ਇਹੋ ਜਿਹਾ ਸਮਾਂ ਆਉਂਦਾ। ਇੱਕ ਗੱਲ ਬੜੀ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਇਸ ਚੀਜ਼ ਦੇ ਵਿੱਚ ਹਮੇਸ਼ਾ ਧਾਰਮਿਕ ਭਾਵਨਾਵਾਂ ਨੂੰ, ਧਾਰਮਿਕ ਮੁੱਦਿਆਂ ਨੂੰ ਆਧਾਰ ਬਣਾਉਂਦੀ। 17 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਜੀ, ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਾਂਗੇ। ਇਹਨਾਂ ਨੇ ਇਹ ਨਹੀਂ ਫੜੇ। ਤੁਸੀਂ ਇਹ ਦੇਖੋ ਕਿ ਸੈਂਟਰ ਦੀਆਂ ਏਜੰਸੀਆਂ ਨੇ ਸਮੇਂ-ਸਮੇਂ ਤੇ ਵੱਖ-ਵੱਖ ਲੋਕਾਂ ਨੇ ਇਹਨਾਂ ਨੂੰ ਕਿਹਾ ਕਿ ਪੰਜਾਬ 'ਚ ਜਿਹੜੇ ਗਲਤ ਲੋਕ ਹੈ ਜਾਂ ਸ਼ਰਾਰਤੀ ਲੋਕ ਹੈ, ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਅੱਜ ਨਵਜੋਤ ਸਿੰਘ ਸਿੱਧੂ ਜੀ ਨੇ ਜਿਹੜਾ ਇਹ ਕਿਹਾ ਕਿ ਇਲੈਕਸ਼ਨ ਕਮਿਸ਼ਨ ਟੇਕ ਓਵਰ ਕਰ ਲਵੇ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਐਡਮਿਟ ਕਰ ਲਿਆ ਕਿ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਹੈ ਉਹ ਸੁਰੱਖਿਆ ਔਰ ਸੁਵਿਧਾ ਦੇਣ 'ਚ ਪੰਜਾਬ ਦੇ ਲੋਕਾਂ ਨੂੰ ਫੇਲ ਹੋ ਗਈ ਹੈ। ਬੇਸਿਕਲੀ ਗੱਲ ਇਹ ਹੈ, ਜਾਬਤਾ ਲੱਗ ਚੁੱਕਾ, ਇਸ ਕਰਕੇ ਈਸੀ ਨੂੰ ਕਿਹਾ ਗਿਆ ਹੈ। ਦੇਖੋ ਚੋਣ ਜਾਬਤਾ ਭਾਵੇਂ ਲੱਗ ਗਿਆ, ਪਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹਟੀ। ਸੀਐਮ ਉਹੀ ਰਹਿਣੇ ਆ, ਹੋਮ ਮਿਨਿਸਟਰ ਸਾਹਿਬ ਉਹੀ ਰਹਿਣੇ ਆ। ਕਹਿਣ ਤੋਂ ਭਾਵ ਇਹ ਹੈ, ਦੇਖੋ ਇਹ ਸਰਕਾਰ ਜਿਹੜੀ ਆ ਪੁਲਿਸ ਨੂੰ ਪੋਲੀਟੀਕਲ ਟੂਲ ਦੀ ਤਰ੍ਹਾਂ ਯੂਜ਼ ਕਰ ਰਹੀ ਹੈ। ਅੰਮ੍ਰਿਤਸਰ 'ਚ ਬੇਅਦਬੀ ਹੋਈ, ਉਹਦਾ ਕੋਈ ਦੋਸ਼ੀ ਫੜਿਆ ਨਹੀਂ ਗਿਆ। ਹਿੰਦੂ ਧਰਮ ਦੇ ਅਲੱਗ-ਅਲੱਗ ਪਾਸੇ ਬੇਅਦਬੀ ਹੋਈ। ਮੈਂ ਸਮਝਦਾ ਕੱਲ ਦੀ ਜਿਹੜੀ ਕਾਲੀ ਮਾਤਾ ਮੰਦਿਰ ਦੇ ਵਿੱਚ ਘਟਨਾ ਹੋਈ ਹੈ ਉਹ ਬਹੁਤ ਜ਼ਿਆਦਾ ਦੁਖਦਾਈ ਸੀ, ਔਰ ਉੱਥੇ ਦੇ ਪੁਜਾਰੀ ਨੇ ਮਾਨਵਤਾ ਦਾ ਪ੍ਰਮਾਣ ਦਿੱਤਾ, ਆਪਣੀ ਸਹਿਨਸ਼ੀਲਤਾ ਦਾ, ਸਹਿਜ ਭਾਵ ਦਾ ਪ੍ਰਮਾਣ ਦਿੱਤਾ ਕਿ ਉਸੇ ਵੇਲੇ ਫੜ ਕੇ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਦੂਜੇ ਪਾਸੇ ਇਹ ਗੱਲ ਵੀ ਜ਼ਿਕਰਯੋਗ ਹੈ, ਉਹਨੂੰ ਕਿਨਾਰੇ ਨਹੀਂ ਲਾਇਆ ਜਾ ਸਕਦਾ। ਇਹਨਾਂ ਦੇ ਸਿੱਧੂ ਸਾਹਿਬ ਦੇ ਜਿਹੜੇ ਪੋਲੀਟੀਕਲ ਐਡਵਾਈਜ਼ਰ ਨੇ, ਸਟ੍ਰੈਟਜੀ ਪੋਲੀਟੀਕਲ ਐਡਵਾਈਜ਼ਰ ਮੁਹੰਮਦ ਮੁਸਤਫਾ ਜੀ, ਔਰ ਇਹਨਾਂ ਦੇ ਕੈਬਨਿਟ ਮੰਤਰੀ ਦੇ ਪਤੀ ਪੂਰਵ ਡੀਜੀਪੀ, ਉਹ ਕਿਹੋ ਜਿਹੇ ਬਿਆਨ ਦੇ ਰਹੇ ਮਲੇਰਕੋਟਲਾ ਦੇ ਵਿੱਚ। ਮੈਂ ਸਮਝਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਜਾਂ ਜਾਤੀਗਤ ਧਾਰਮਿਕ ਦੰਗੇ ਕਰਾ ਕੇ ਆਪਣੀ ਨਈਆ ਪਾਰ ਕਰਾਉਣ ਦੇ ਲਈ ਕਾਂਗਰਸ ਪਾਰਟੀ ਏਦਾਂ ਬਿਆਨ ਲੈ ਰਹੀ। ਅੱਜ 96 ਘੰਟੇ ਉਹ ਚੱਲੇ ਮੁਹੰਮਦ ਮੁਸਤਫਾ ਦੇ ਬਿਆਨ ਦੇ ਉੱਤੇ। ਨਿੱਕੀ ਨਿੱਕੀ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਜੀ ਉਹਦੇ ਤੇ ਮੋਨੀ ਬਾਬਾ ਬਣ ਗਏ ਆ। ਰੰਧਾਵਾ ਸਾਹਿਬ ਕੁਝ ਨਹੀਂ ਬੋਲ ਰਹੇ, ਚੰਨੀ ਸਾਹਿਬ ਕੁਝ ਨਹੀਂ ਬੋਲ ਰਹੇ। ਕਿਆ ਇਸ ਚੁੱਪੀ ਨੂੰ ਇਹ ਸਮਝਿਆ ਜਾਵੇ ਕਿ ਕਾਂਗਰਸ ਸਮਰਥਨ ਕਰਦੀ ਹੈ ਮੁਹੰਮਦ ਮੁਸਤਫਾ ਦੇ ਬਿਆਨ ਦਾ? ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ, ਦੇਖੋ ਖੜਿਆਲ ਸਾਹਿਬ ਬੈਠੇ ਹੈ, ਕਿਸਾਨ ਮੋਰਚੇ ਤੋਂ ਮੇਰੇ ਵੱਡੇ ਭਰਾ, ਸਾਰੇ ਆਪਾਂ ਪੈਨਲਿਸਟ ਬੈਠੇ ਆ। ਮੁਹੰਮਦ ਮੁਸਤਫਾ ਜੀ ਨੇ ਇੱਕ ਬਿਆਨ ਦਿੱਤਾ ਕਿ ਮੈਂ ਕੌਮ ਲਈ ਚੁਣਾਵ ਲੜ ਰਿਹਾ। ਦੇਖੋ ਅਸੀਂ ਸਾਰੇ ਬੈਠੇ, ਅਸੀਂ ਪੰਜਾਬੀਆਂ ਲਈ ਚੁਣਾਵ ਲੜ ਰਹੇ ਹਾਂ। ਅਸੀਂ ਕਿਸੇ ਜਾਤੀ ਪੰਥ, ਕਿਸੇ ਇੱਕ ਮਜ਼ਹਬ ਲਈ ਚੁਣਾਵ ਨਹੀਂ ਲੜ ਰਹੇ। ਸਾਡਾ ਪੰਜਾਬ ਕਿਵੇਂ ਬਚੇ, ਕਿਵੇਂ ਖੁਸ਼ਹਾਲ ਬਣੇ,
ਪਾਰਟੀਆਂ ਅਲੱਗ-ਅਲੱਗ ਹੋ ਸਕਦੀਆਂ, ਵਿਚਾਰਧਾਰਾ ਅਲੱਗ-ਅਲੱਗ ਹੋ ਸਕਦੀਆਂ, ਪਰ ਮਨਸੂਬਾ ਟੀਚਾ ਇੱਕੋ ਹੀ ਹੈ ਸਾਡਾ, ਪੰਜਾਬ ਕਿਵੇਂ ਵਧੇ। ਕੌਣ ਹਾਰੇਗਾ ਕੌਣ ਜਿੱਤੇਗਾ ਇੱਕ ਅਲੱਗ ਗੱਲ ਹੈ, ਪਰ ਜਿਸ ਹਾਲਾਤਾਂ ਦੇ ਵਿੱਚ ਪੰਜਾਬ 'ਚ ਕਾਂਗਰਸ ਪਾਰਟੀ ਲੈ ਕੇ ਜਾ ਰਹੀ ਹੈ ਪੰਜਾਬ ਨੂੰ, ਉਹ ਹਰ ਪੰਜਾਬੀ ਲਈ ਖਤਰਨਾਕ ਹੈ। ਔਰ ਮੈਂ ਸਮਝਦਾ ਇਹ ਜਿਹੜਾ ਇਹ ਘਟਨਾਕ੍ਰਮ ਘਟ ਰਿਹਾ ਹੈ, ਉਹ ਕਾਂਗਰਸ ਦੀ ਸੁਰੱਖਿਆ ਔਰ ਸੁਵਿਧਾ ਦੇਣ ਵਾਲੀ ਜਿਹੜੀ ਨੀਤੀ ਹੈ ਉਹ ਫੇਲ ਹੋਣ ਕਰਕੇ ਘਟ ਰਿਹਾ ਹੈ। ਕਾਂਗਰਸ ਦੇ ਜੇ ਮੈਨੂੰ ਨੁਮਾਇੰਦੇ ਸੁਣ ਪਾ ਰਹੇ ਆ, ਤੁਹਾਡੇ ਕੋਲ ਡਿਫੈਂਸ ਦਾ ਆਪਣਾ ਮੌਕਾ ਹੈ, ਪਰ ਅਸ਼ੋਕ ਜੀ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਇਹ ਦੋਗਲਾਪਨ ਕਿਉਂ ਸਰਕਾਰ ਤੋਂ ਬਹੁਤ ਅਪੀਲ ਕਰ ਚੁੱਕੇ ਨੇ, ਪ੍ਰੋਟੈਸਟ ਵੀ ਕਰ ਰਹੇ ਨੇ ਕਿਸਾਨ, ਕਿ ਜਿਹੜੇ ਅਜੇ ਮਿਸ਼ਰਾ ਨੇ ਲਖੀਮਪੁਰ ਖੇੜੀ ਕੇਸ ਦੇ ਅਕਿਊਜ਼ ਦੇ ਫਾਦਰ, ਉਹ ਸਟੈਪ ਡਾਊਨ ਕਰਨ ਆਪਣੀ ਪੋਸਟ ਤੋਂ, ਪਰ ਬੀਜੇਪੀ ਉਹਨਾਂ ਨੂੰ ਹਟਾ ਨਹੀਂ ਰਹੀ ਹੈ। ਤੇ ਪੰਜਾਬ 'ਚ ਤੁਸੀਂ ਇਹ ਗੱਲ ਕਰ ਰਹੇ ਹੋ ਲੇਕਿਨ ਬਾਕੀ ਸਟੇਟਸ 'ਚ ਲਾਗੂ ਕਿਉਂ ਨਹੀਂ ਹੋ ਰਿਹਾ? ਦੇਖੋ, ਮੈਂ ਇੱਕ ਗੱਲ ਇਹ ਕਹਿਣੀ ਚਾਹਣਾ ਹੈ ਕਿ ਕਾਂਗਰਸ ਪਾਰਟੀ ਦੇ ਰਾਜ ਦੇ ਕਾਨੂੰਨ ਦਾ ਤੇ ਸਾਡੇ ਰਾਜ ਦੇ ਕਾਨੂੰਨ ਦਾ ਫਰਕ ਹੈ। ਯੂਪੀ ਦੇ ਅੰਦਰ 2017 ਤੋਂ ਪਹਿਲਾਂ ਗੁੰਡਾਗਰਦੀ, ਬੈਂਕ ਡਕੈਤੀਆਂ ਜਿਹੜੀਆਂ ਅੱਜ ਪੰਜਾਬ 'ਚ ਘਟ ਰਹੀਆਂ, ਉਹ 17 ਤੋਂ ਪਹਿਲਾਂ ਯੂਪੀ 'ਚ ਘਟਦੀਆਂ ਸੀ। ਲਾਅ ਐਂਡ ਆਰਡਰ ਮੇਨਟੇਨ ਕਰਤਾ। ਲਖੀਮਪੁਰ ਦੇ ਮੁੱਦੇ ਦੇ ਵਿੱਚ ਜਿਹੜੇ ਆਰੋਪੀ ਸੀਗੇ ਉਹ ਫੜ ਕੇ ਅੰਦਰ ਦੇ ਦਿੱਤੇ ਨਾ। ਕਾਂਗਰਸ ਤਾਂ ਉਹ ਜਮਾਤ ਹੈ ਜੀ, ਅੱਜ ਕਾਂਗਰਸ ਇਹ ਕਹਿੰਦੀ ਹੈ 84 ਦੇ ਦੰਗੇ ਜਿਨ੍ਹਾਂ ਨੇ ਕਰਾਏ ਉਹ 30 ਸਾਲ ਉਹਨਾਂ ਨੂੰ ਸਰਕਾਰੀ ਦਮਾਦ ਬਣਾ ਕੇ, ਉਹਨਾਂ ਨੂੰ MP MLA ਬਣਾ ਕੇ ਸੁਰੱਖਿਆ ਔਰ ਸੁਵਿਧਾ ਦਿੰਦੀ ਰਹੀ ਕਾਂਗਰਸ ਪਾਰਟੀ। ਸਾਡੀ ਸਰਕਾਰ ਨੇ ਆ ਕੇ ਅੰਦਰ ਦਿੱਤਾ। ਸਾਡੀ ਸਰਕਾਰ ਕਦੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਅਕਤੀ ਹੋਵੇ ਜਿਹੜਾ ਕਾਨੂੰਨ ਤੋੜਦਾ ਹੈ ਉਹਦੇ ਖਿਲਾਫ ਕਾਰਵਾਈ ਕਰਦੀ ਹੈ। ਸਾਡੀ ਕਾਨੂੰਨ ਦੇ ਖਿਲਾਫ ਕਾਰਵਾਈ ਕਰਨ ਦੀ ਨੀਤੀ ਹੈ, ਕਾਨੂੰਨ ਤੋੜਨ ਵਾਲੇ ਨੂੰ ਸੁਰੱਖਿਆ ਔਰ ਸੁਵਿਧਾ ਦੇਣ ਵਾਲੀ ਨੀਤੀ ਨਹੀਂ ਹੈ। ਅਸੀਂ ਪੂਰਨ ਰੂਪ ਦੇ ਅੰਦਰ, ਕੱਲ ਵੀ ਯੋਗੀ ਆਦਿੱਤਿਆਨਾਥ ਜੀ ਨੇ ਟੀਵੀ ਉੱਤੇ ਇਹ ਕਿਹਾ ਹੈ ਕਿ ਜਿਹੜੇ ਦੋਸ਼ੀ ਸੀ ਅਸੀਂ ਉਹਨਾਂ ਨੂੰ ਫੜ ਰਹੇ ਹਾਂ, ਅਸੀਂ ਕਿਸੇ ਨੂੰ ਵੀ ਨਹੀਂ ਛੱਡਿਆ। ਜੇ ਅਸੀਂ ਕਾਂਗਰਸ ਦੀ ਤਰ੍ਹਾਂ ਕਾਨੂੰਨ ਹੁੰਦਾ ਤੇ ਅੱਜ ਉਹ ਕਤਲੇਆਮ ਕਰਨ ਵਾਲੇ ਜਾਂ ਜਿਨ੍ਹਾਂ ਨੇ ਲਖੀਮਪੁਰ ਦੀ ਘਟਨਾ ਕੀਤੀ ਸੀਗੀ ਉਹ ਬਾਹਰ ਘੁੰਮਦੇ ਹੁੰਦੇ। ਅੱਜ ਉਹ ਜੇਲ੍ਹਾਂ 'ਚ ਇਸੇ ਲਈ ਹੈ ਕਿ ਸਾਡਾ ਜ਼ੀਰੋ ਟੋਲਰੈਂਸ ਹੈ ਵਾਇਲੈਂਸ ਦੇ ਖਿਲਾਫ। ਉਹ ਕੋਈ ਵੀ ਹੋਵੇ, ਕਿਹਦਾ ਵੀ ਬੇਟਾ ਹੋਵੇ, ਕਿਸੇ ਵੀ ਪਾਰਟੀ ਦਾ ਨੇਤਾ ਹੋਵੇ, ਕਿੰਨਾ ਵੀ ਵੱਡਾ ਕੋਈ ਵੀ ਵਿਅਕਤੀ ਹੋਵੇ, ਸਾਡੀ ਸਰਕਾਰ 'ਚ ਕਾਨੂੰਨ ਤੋੜਨ ਵਾਲੇ ਦੇ ਲਈ ਕਾਨੂੰਨ ਇੱਕੋ ਹੀ ਤਰ੍ਹਾਂ ਹੈ, ਸਜ਼ਾ ਔਰ ਸਜ਼ਾ। ਠੀਕ ਹੈ, ਤੇ ਅਕਾਲੀ ਦਲ ਕੋਲ ਆਉਣਾ। ਸ਼੍ਰੋਮਣੀ ਅਕਾਲੀ ਦਲ ਇੱਕੋ ਪੰਥਕ ਪਾਰਟੀ, ਪੰਜਾਬ ਦੀ ਰੀਜਨਲ ਪਾਰਟੀ, ਕੀ ਕਹੋਗੇ ਸਾਰੇ ਮੁੱਦੇ ਦੇ ਬਾਰੇ, ਤੇ ਖਾਸ ਕਰਕੇ ਬੀਜੇਪੀ ਵਾਲਿਆਂ ਦੇ ਵੀ ਜੋ ਇਸ ਵੇਲੇ ਕਹਿ ਰਹੇ ਨੇ ਉਹਦੇ ਬਾਰੇ ਵੀ? ਮੰਦਰ ਪਟਿਆਲਾ ਵਿਖੇ ਹੋਈ ਹੈ ਤੇ ਹੁਣ ਫਿਰ ਧਰਨੇ ਕਿਉਂ ਨਹੀਂ ਲੱਗ ਰਹੇ? ਹੁਣ ਇਹ ਕੀ ਕਾਰਨ ਹੈ? ਇਹਦਾ ਮਤਲਬ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਕੰਮ ਕਰਦੀ ਹੈ, ਜਿਹੜੀ ਸਾਜ਼ਿਸ਼ ਬੇਨਕਾਬ ਹੋਣੀ ਜ਼ਰੂਰੀ ਹੈ। ਮੈਂ ਬੇਨਤੀ ਕਰਾਂ, ਇਲੈਕਸ਼ਨਾਂ ਲੰਘ ਜਾਣੀਆਂ ਨੇ, ਹੋਰ ਮਹੀਨੇ ਦੀ ਖੇੜਾ ਇਲੈਕਸ਼ਨ ਲੰਘ ਜਾਣਗੀਆਂ, ਪਰ ਇੱਦਾਂ ਦੇ ਕੋਈ ਕੰਮ ਨਾ ਕੀਤੇ ਜਾਣ ਜਿਹਦੇ ਨਾਸੂਰ ਲੰਬੇ ਸਮੇਂ ਲਈ ਸਾਨੂੰ ਪੰਜਾਬ ਨੂੰ, ਸਾਡੇ ਪੰਜਾਬੀਆਂ ਨੂੰ, ਸਾਡੀਆਂ ਕੌਮਾਂ ਨੂੰ ਭੁਗਤਣੇ ਪੈਣ। ਮੇਰੀ ਤਾਂ ਕੇਵਲ ਇਹੀ ਬੇਨਤੀ ਆ ਕਿ ਇਲੈਕਸ਼ਨ ਅਸਾਰੂ ਤਰੀਕੇ ਨਾਲ ਪੰਜਾਬ ਦੀ ਡਿਵੈਲਪਮੈਂਟ ਤੇ ਲੜੀ ਜਾਵੇ, ਯੂਥ ਦੀ ਬਿਹਤਰੀ ਲਈ ਲੜੀ ਜਾਵੇ, ਪੰਜਾਬ ਦੀ ਖੇਤੀ, ਪੰਜਾਬ ਦੀ ਇੰਡਸਟਰੀ ਬਚਾਉਣ ਲਈ ਲੜੀ ਜਾਵੇ, ਨਾ ਕਿ ਨਵੇਂ ਤਰੀਕੇ ਘੜ ਕੇ, ਟੂਲ ਕਿਟਸ ਘੜ ਕੇ ਤੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਜਾਂ ਨਸ਼ੇੜੀ ਬਣਾ ਕੇ ਲੜੀ ਜਾਵੇ। ਦੋਸ਼ ਜਿਹਦੇ ਤੇ ਮਰਜ਼ੀ ਲਾ ਲਓ। ਪਬਲਿਕ ਨੇ ਇੱਕ ਗੱਲ ਬੜੀ ਸਪਸ਼ਟ ਕਹਿਣੀ ਕਿ ਇਸ ਹਮਾਮ 'ਚ ਸਾਰੇ ਨੰਗਿਆ, ਤੇ ਪਬਲਿਕ ਆਪਣੀ ਜਗ੍ਹਾ ਸੱਚੀ ਹੁੰਦੀ ਆ, ਪਬਲਿਕ ਜਾਣਦੀ ਵੀ ਸਾਰਾ ਕੁਛ ਆ। ਮੈਂ ਗੱਲ ਨਿਰਪੱਖ ਤੇ ਸਪਸ਼ਟ ਕਰਨੀ ਚਾਹੁੰਦਾ, ਕਿਰਪਾ ਕਰਕੇ ਇਹਨਾਂ ਘਟਨਾਵਾਂ ਦੀ ਗਹਿਰਾਈ 'ਚ ਜਾਣ ਦਾ ਯਤਨ ਕਰੋ। ਮੈਂ ਸੱਚਾ ਤੇ ਤੁਸੀਂ ਸਾਰੇ ਝੂਠੇ, ਇਹ ਗੱਲ ਕਹਿਣ ਤੋਂ ਗੁਰੇਜ਼ ਕੀਤਾ ਜਾਵੇ, ਤੋਂ ਬਚਿਆ ਜਾਵੇ। ਰਾਜਨੀਤੀ ਕਰਨ ਵਾਲਿਆਂ ਨੂੰ ਐਤਕੀ ਪੰਜਾਬ ਦੇ ਲੋਕਾਂ ਨੇ ਸਬਕ ਸਿਖਾ ਦੇਣਾ। ਮੈਂ ਆਪਣੇ ਵੱਲੋਂ ਇੰਨੀ ਗੱਲ ਹੀ ਕਹਿਣੀ ਚਾਹੁੰਦਾ। ਚਲੋ, ਆਮ ਆਦਮੀ ਪਾਰਟੀ ਤੋਂ ਰਾਜਨ ਅਮਰਦੀਪ ਸਿੰਘ ਜੀ, ਤੁਹਾਡੇ ਇਸ ਬਾਰੇ ਪ੍ਰਤੀਕਿਰਿਆ? ਹਾਂਜੀ ਸਰ, ਆਮ ਆਦਮੀ ਪਾਰਟੀ ਵੱਲੋਂ ਵੈਸੇ ਬਹੁਤ ਹੀ ਨਿੰਦਣਯੋਗ ਹੋਇਆ ਜੋ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਵਿੱਚ ਜੋ ਬੇਦਬੀ ਹੋਈ ਹੈ ਹਿੰਦੂ ਧਰਮ ਦੀ, ਤਾਂ ਬਹੁਤ ਹੀ ਨਿੰਦਣਯੋਗ ਹੈ। ਕਿਉਂਕਿ ਮੈਂ ਦੇਖਦਾ ਸਾਡਾ ਸਮਾਜ ਕਿੱਧਰ ਨੂੰ ਚੱਲ ਪਿਆ। ਪਹਿਲਾਂ ਜੇ ਇਹੀ ਐਕਸ਼ਨ 2015 ਦੇ ਵਿੱਚ ਲਿਆ ਹੁੰਦਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਸੀ, ਆਪਣਾ ਜਦੋਂ ਜਿਹੜਾ ਕਿ 2015 ਚ ਹੋਈ ਹੈ, ਜਦੋਂ ਹੀ ਕੋਈ ਐਕਸ਼ਨ ਲਿਆ ਹੁੰਦਾ ਤਾਂ ਅੱਜ ਟਾਈਮ ਨਹੀਂ ਸਾਨੂੰ ਦੇਖਣਾ ਪੈਣਾ ਸੀਗਾ ਕਿ ਜੋ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਕੋਲ ਆ ਕੇ ਇਹ ਪਾਰਟੀਆਂ ਜਦੋਂ ਇਹ ਕੰਮ ਨਹੀਂ ਕਰਦੀਆਂ, ਜਦੋਂ ਇਹਨਾਂ ਨੂੰ ਪਤਾ ਸਾਨੂੰ ਕੰਮ ਦੇ ਉੱਤੇ ਸਾਨੂੰ ਵੋਟ ਨਹੀਂ ਪੈਣੀ, ਫਿਰ ਇਹ ਕੈਸ਼ ਕਰਦੇ। ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਜਾਂਦਾ ਹੈ ਕਿ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡੀਏ, ਭਾਵਨਾਵਾਂ ਨਾਲ ਖੇਡੀਏ ਤੇ ਲੋਕਾਂ ਨੂੰ ਆਪਣਾ ਗੁੰਮਰਾਹ ਕਰੀਏ ਤੇ ਅਸੀਂ ਵੋਟ ਲੈਣ ਦੇ ਵਿੱਚ ਕਾਮਯਾਬ ਹੋ। ਇਹੋ ਜਿਹੀ ਰਾਜਨੀਤੀ ਪਾਰਟੀ ਇਹ ਕਰਵਾ ਰਹੀ ਹੈ, ਕਿਹਨੂੰ ਇਹਦਾ ਫਾਇਦਾ ਹੋ ਰਿਹਾ?
ਦੇਖੋ 2015 ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀਗੀ ਤੇ ਹੁਣ ਕਾਂਗਰਸ ਦੀ ਸਰਕਾਰ ਹੈ। ਇਹ ਦੋਵੇਂ ਪਾਰਟੀਆਂ ਤੁਸੀਂ ਕਹਿ ਇੱਕੋ ਰਹੇ ਹੋ ਸਿੱਕੇ ਜਿਹੜਾ ਦੇ ਵੀ ਦੋ ਪਾਵਰ ਪਹਿਲੂ ਹੈ। ਚਾਹੇਗਾ ਉਹੀ ਕੰਮ ਕਰਾਏਗਾ, ਉਹਨੂੰ ਇਹਦਾ ਫਾਇਦਾ ਹੋਏਗਾ। ਦੇਖੋ ਹੁਣ ਤੱਕ ਕਰਦੀਆਂ ਆ ਰਹੀਆਂ ਜੀ, ਕਿਉਂਕਿ ਇਹਨਾਂ ਨੇ ਕੰਮ ਤਾਂ ਕਰਨੇ ਨਹੀਂਗੇ, ਕੰਮ ਦੇ ਨਾਂ ਤੇ ਤਾਂ ਇਹਨਾਂ ਨੂੰ ਵੋਟ ਪੈਂਦੀ ਨਹੀਂ, ਤੇ ਫਿਰ ਐਂਡ ਤੇ ਆ ਕੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਸਾਨੂੰ ਵੋਟ ਨਹੀਂ ਪੈਂਦੀ, ਫਿਰ ਜਿੰਨੀਆਂ ਵੀ ਜਾਤਾਂ ਹੈਗੀਆਂ ਉਹਨਾਂ ਦੇ ਧਰਮਾਂ ਦੇ ਨਾਲ, ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਜਾਂਦਾ ਤਾਂ ਕਿ ਉਹਨਾਂ ਦੇ ਸੈਂਟੀਮੈਂਟਸ ਨੂੰ ਭੜਕਾ ਕੇ ਉਹ ਵੋਟ ਨੂੰ ਆਪਣੇ ਵੱਲ ਕੀਤਾ ਜਾਵੇ। ਪਰ ਕੀ ਸੋ ਦੈਟ ਕਿ ਇਹੀ ਕਾਰਨ ਹੈ। ਕਰਦੇ ਕੇਜਰੀਵਾਲ ਜੀ ਬਾਰ-ਬਾਰ ਤੀਰਥ ਯਾਤਰਾ ਅਨਾਉਂਸ ਕਰਦੇ ਜਿੱਥੇ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ। देखो जी, केजरीवाल साहब तो इको एक मैसेज देंदे है, इंसान का इंसान से हो भाईचारा, यही है संदेश हमारा। वो ये नहीं है कोई तीर्थ यात्रा कोई एक धर्म ਲਈ है, हर धर्म ਲਈ तीर्थ यात्रा ਦਿੱਲੀ ਦੇ ਵਿੱਚ ਕਰਵਾਈਆਂ ਜਾਂਦੀਆਂ ਤਾਂ ਕਿ ਜੋ ਬਜ਼ੁਰਗ ਹੈ ਉਹਨਾਂ ਨੂੰ ਤੀਰਥ ਯਾਤਰਾ ਕਰਵਾਈਆਂ ਜਾਣ। ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੋਰ ਹੈ, ਉਹਨਾਂ ਦੀ ਇੱਕ ਪ੍ਰੋਗਰੈਸਿਵ ਸੋਚ ਹੈ, ਨਾ ਕਿ ਧਰਮਾਂ ਦੇ ਵੰਡੀਆਂ ਪਾ ਕੇ ਰਾਜ ਕਰਨ ਦੀ ਸੋਚ ਹੈ। ਉਹਨਾਂ ਨੇ ਤਾਂ ਦੇਸ਼ ਨੂੰ ਉਚਾਈਆਂ ਤੇ ਲੈ ਕੇ ਜਾਣਾ ਹੈ, ਉਹਦੀ ਸੋਚ ਹੈ। ਤੇ ਦਿੱਲੀ ਦੇ ਵਿੱਚ ਉਹਨਾਂ ਨੇ ਜੋ ਕੰਮ ਕਰਕੇ ਦਿਖਾਇਆ ਤੁਹਾਡੇ ਸਾਹਮਣੇ ਸਬੂਤ ਵੀ ਹੈ। ਇਹ ਜਸਟ ਇਹੀ ਜੋ ਬੀਜੇਪੀ, ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ ਹੁਣ ਤੱਕ ਜੋ ਇੱਕ ਦੰਗਿਆਂ ਦੀ ਰਾਜਨੀਤੀ ਕਰਦੀ ਆਈ ਹੈ ਉਹਦੇ ਖਿਲਾਫ ਹੈ ਆਮ ਆਦਮੀ ਪਾਰਟੀ। ਤੇ ਮੈਂ ਇਹ ਬਹੁਤ ਨਿੰਦਣਯੋਗ ਹੈ ਜੋ ਇਹ ਪੰਜਾਬ ਦੇ ਵਿੱਚ ਹੁਣ ਇਲੈਕਸ਼ਨਾਂ ਦੇ ਕੋਲ ਆ ਕੇ ਮਾਹੌਲ ਖਰਾਬ ਕੀਤੇ ਜਾ ਰਹੇ ਹੈ। ਅੰਮ੍ਰਿਤਸਰ ਬੇਦਬੀ ਹੋਈ, ਪਟਿਆਲਾ ਸਾਹਿਬ ਪਟਿਆਲੇ ਵਿੱਚ ਬੇਦਬੀ ਹੋਈ ਹੈ, ਮੰਦਿਰ ਦੇ ਵਿੱਚ ਬੰਬ ਬਲਾਸਟ ਹੋਇਆ, ਲੁਧਿਆਣੇ ਵਿੱਚ। ਇਹ ਸਾਰਾ ਕੁਝ ਇਲੈਕਸ਼ਨਾਂ ਦੇ ਨੇੜੇ ਆ ਕੇ ਕਿਉਂ ਹੁੰਦਾ ਪਿਆ? ਇਹੀ ਹੈ ਨਾ ਕਿ ਲੋਕਾਂ ਨੂੰ ਡਰਾਇਆ ਜਾਵੇ, ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਜਾਵੇ। ਤਾਂ ਆਮ ਆਦਮੀ ਪਾਰਟੀ ਇਹੋ ਜਿਹੀ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ ਤਾਂ ਜੋ ਕੰਮ ਹੈ, ਕੰਮ ਦੇ ਲਈ ਵੋਟ ਮੰਗਦੀ ਹੈ। ਤੇ ਅਰਵਿੰਦ ਕੇਜਰੀਵਾਲ ਜੀ ਨੇ 2020 ਦੇ ਵਿੱਚ ਲੋਕਾਂ ਨੂੰ ਇਹੀ ਕਿਹਾ ਸੀ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ, ਜੇ ਮੈਂ ਕੰਮ ਨਹੀਂ ਕੀਤਾ ਤਾਂ ਮੈਨੂੰ ਵੋਟ ਨਾ ਪਾਇਓ। ਤਾਂ ਉੱਥੇ ਬੀਜੇਪੀ ਨੇ ਦੰਗੇ ਤੱਕ ਵੀ ਕਰਵਾਏ ਦਿੱਲੀ ਦੇ ਵਿੱਚ, ਦੰਗਿਆਂ ਦੀ ਰਾਜਨੀਤੀ ਕਰਦੀ ਹੈ। ਸੋ ਦੈਟ ਕਿ ਇਹ ਜੇ ਪਾਰਟੀਆਂ ਤੋਂ ਛੁਟਕਾਰਾ ਬਿਲਕੁਲ ਗਲਤ ਹੈ। ਦਿੱਲੀ ਦੇ ਦੰਗੇ ਤੁਹਾਡੇ ਚਾਹੁੰਦੇ ਆ ਕਾਉਂਸਲਰ ਨੇ ਕੀਤੇ, ਤੇ ਝੂਠ ਨਾ ਬੋਲੋ। ਇਹ ਮੈਂ ਕਹਾਂ ਬੀਜੇਪੀ ਜੀ ਤੁਸੀਂ ਨਾ ਬੋਲੋ ਪਲੀਜ਼। ਅਸੀਂ ਨਹੀਂ ਝੂਠ ਬੋਲਦੇ, ਅਸੀਂ ਨਹੀਂ ਝੂਠ ਬੋਲਦੇ, ਚਲੋ ਅਸੀਂ ਨਹੀਂ ਝੂਠ ਬੋਲਦੇ। ਤੁਹਾਡੇ ਕੋਲ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਅਸੀਂ ਨਹੀਂ ਬੋਲੇ ਵਿੱਚ ਰੋਜ਼ ਝੂਠ ਬੋਲਿਆ। ਦੰਗਿਆਂ ਦੀ ਗੱਲ ਕੀਤੀ, ਕਿਸਾਨਾਂ ਦੀ ਸਭ ਤੋਂ ਮੋਹਰ ਤੇ ਜ਼ਿੰਮੇਵਾਰ ਮੋਦੀ ਜੀ, ਜਿਨ੍ਹਾਂ ਨੂੰ ਪਹਿਲਾਂ ਇਹ ਨਹੀਂ ਪਤਾ ਸੀ ਕਿ ਖੇਤੀ ਜਿਹੜੇ ਕਾਨੂੰਨ ਹੈ ਉਹ ਗਲਤ ਹੈ। ਅੱਜ ਮਾਫੀ ਮੰਗੀ ਜਾਂਦੇ ਜਦ 700 ਕਿਸਾਨ ਮਰ ਗਿਆ। ਅੱਜ ਤੁਸੀਂ ਕਿਹੜੇ ਮੂੰਹ ਨਾਲ ਪੰਜਾਬ ਦੇ ਵਿੱਚ ਰਾਜਨੀਤੀ ਕਰਨਾ ਹੈ? ਦਿੱਲੀ ਦੀ ਕਿਹੜੇ ਫੇਰ ਵੀ ਹਾਂ ਫਿਰ ਮੈਂ ਹੋਰ ਕੀ ਗੱਲ ਕਹਿ ਰਿਹਾ? ਤੁਸੀਂ ਦੰਗਿਆਂ ਦੀ ਰਾਜਨੀਤੀ ਕਰਦੇ ਹੋ, ਤੁਸੀਂ ਮਰਵਾਉਣ ਦੀ ਰਾਜਨੀਤੀ ਕਰਦੇ ਹੋ। ਉਹ ਆਮ ਆਦਮੀ ਪਾਰਟੀ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ ਪੰਜਾਬ ਤੇ ਰਵਾਂਗੇ ਜਸਟ ਇੱਕ ਉਹ ਰਾਜਨੀਤੀ ਕਰਦੀ ਹੈ ਜਿਹਦੇ ਨਾਲ ਸਾਰੇ ਧਰਮਾਂ ਦਾ ਸਤਿਕਾਰ ਹੋਵੇ। ਮੁੱਦੇ ਤੋਂ ਨਾ ਭਟਕੀਏ ਰਾਜਨ ਜੀ, ਅਸ਼ੋਕ ਜੀ। ਚਲੋ ਐਸਐਸਐਮ ਤੋਂ ਜੰਗਵੀਰ ਚੌਹਾਨ ਜੀ ਵੀ ਸਾਡੇ ਨਾਲ ਮੌਜੂਦ ਨੇ। ਤੁਹਾਡੀ ਪ੍ਰਤੀਕਿਰਿਆ ਜੋ ਕੱਲ ਪਟਿਆਲੇ 'ਚ ਹੋਇਆ ਤੇ ਇਸ ਤੋਂ ਪਹਿਲਾਂ ਵੀ ਪਿਛਲੇ ਕੁਝ ਮਹੀਨੇ 'ਚ ਪੰਜਾਬ 'ਚ ਬੇਅਦਬੀਆਂ ਹੋ ਰਹੀਆਂ ਨੇ, ਉਹਦੇ ਬਾਰੇ ਪ੍ਰਤੀਕਿਰਿਆ ਤੁਹਾਡੀ। ਬਨਵੈਦ ਜੀ ਦੇਖੋ, ਇਹ ਤਾਂ ਬੇਅਦਬੀਆਂ ਦੇ ਕੰਮ ਤਾਂ ਰੁਕਣ ਦੇ ਵਿੱਚ ਹੀ ਨਹੀਂ ਆ ਰਹੇ, ਕਿਉਂਕਿ ਅਸੀਂ ਆ 2015 ਤੋਂ ਵੀ ਦੇਖੋ ਜਾਂ ਇਸ ਤੋਂ ਪਹਿਲਾਂ ਤੇ ਵੀ ਨਿਗਾਹ ਮਾਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਆਪਾਂ ਸਾਰੇ ਧਰਮਾਂ ਦੇ ਲੋਕ ਮੰਨਦੇ ਆ, ਧਰਮ ਕੋਈ ਵੀ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਆਪਾਂ ਸਾਰੇ ਭਾਈ ਆ। ਦੇਖੋ ਬੇਸ਼ੱਕ ਸਾਡਾ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਲੱਗਾ ਸੀ ਤੇ ਇੱਕ ਇਕੱਠੇ ਹੋ ਕੇ ਸਾਰਿਆਂ ਨੇ ਉਹ ਮੋਰਚਾ ਜਿੱਤਿਆ, ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਹੋ ਕੇ। ਕਿਉਂਕਿ ਆ ਜਿਹੜੀਆਂ ਬੇਅਦਬੀਆਂ ਹੋ ਰਹੀਆਂ, ਮੈਂ ਕਹਿੰਦਾ ਕੱਲ ਸ਼੍ਰੀ ਕਾਲੀ ਮੰਦਿਰ ਜਿਹੜਾ ਪਟਿਆਲਾ ਦੇ ਵਿੱਚ ਹੋਈ ਹੈ, ਬੜੀ ਹੀ ਨਿੰਦਣਯੋਗ ਹੈ ਇਹ। ਇਸ ਤੋਂ ਪਹਿਲਾਂ ਦੇਖੋ ਦਰਬਾਰ ਸਾਹਿਬ ਦੇ ਵਿੱਚ ਵੀ ਸੇਮ ਉਸੇ ਹੀ ਤਰ੍ਹਾਂ ਹੋਈ ਹੈ ਜਿਸ ਤਰ੍ਹਾਂ ਇਹ ਕੱਲ ਕਾਲੀ ਮੰਦਿਰ ਦੇ ਵਿੱਚ ਹੋਈ ਹੈ। ਔਰ ਉਸੇ ਹੀ ਤਰ੍ਹਾਂ ਉਹ ਜਿਹੜਾ ਵਿਅਕਤੀ ਆ ਦਰਬਾਰ ਸਾਹਿਬ ਦੇ ਵਿੱਚ ਵੀ ਆ ਕੇ ਸਾਹਮਣੇ ਆ ਕੇ ਕੁੱਦ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਸੇ ਉਧਰ ਵੱਲ ਵਧਿਆ ਤੇ ਉਹਨੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ, ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਘਟਨਾਵਾਂ ਤਾਂ ਰੁਕਣ ਦਾ ਨਾਂ ਨਹੀਂ ਲੈਂਦੀਆਂ, ਪਰ ਕਾਨੂੰਨ ਕਿੱਥੇ ਆ? ਗੱਲ ਤਾਂ ਕਾਨੂੰਨ ਦੀ ਹੈ, ਕਰਪਸ਼ਨ ਖਤਮ ਕਰਨ ਦੀ ਗੱਲ ਹੈ। ਪਰ ਇਹਨੂੰ ਨੱਥ ਕੌਣ ਪਾਵੇ? ਨੱਥ ਤੇ ਸਰਕਾਰਾਂ ਨੇ ਪਾਉਣੀ ਹੁੰਦੀ ਹੈ। ਸਰਕਾਰਾਂ ਨੱਥ ਪਾਉਂਦੀਆਂ ਤਾਂ ਫਿਰ ਮੈਨੂੰ ਲੱਗਦਾ ਅੱਜ ਤੱਕ ਇਹ ਹਾਲਾਤ ਹੋਣੇ ਨਹੀਂ ਸੀਗੇ। ਇਹਨਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਰਦੇ ਆਪਾਂ, ਦੋਸ਼ੀਆਂ ਨੂੰ ਕਿ ਸਜ਼ਾ ਦਿੱਤੀ ਜਾਵੇ। ਸਜ਼ਾ ਦੇਣ ਦੀ ਬਜਾਏ ਜਦੋਂ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰਦੇ ਆ ਔਰ ਪੁਲਿਸ ਦੇ ਹਵਾਲੇ ਕਰਨ ਤੋਂ ਬਾਅਦ ਇਹਨਾਂ ਨੂੰ ਅਦਾਲਤਾਂ 'ਚ ਖੜਿਆ ਜਾਂਦਾ ਆ ਔਰ ਉਹਨਾਂ ਨੂੰ ਫਿਰ ਜਿਹੜਾ ਆ ਉੱਤੇ ਛੱਡ ਦਿੱਤਾ ਜਾਂਦਾ ਜ਼ਮਾਨਤ ਤੇ, ਨਾਲ ਉਹਨਾਂ ਨੂੰ ਬਾਡੀਗਾਰਡ ਦੇ ਦਿੱਤੇ ਜਾਂਦੇ ਆ। ਮੈਨੂੰ ਲੱਗਦਾ ਇਸ ਤਰ੍ਹਾਂ ਇਹ ਮਸਲੇ ਹੱਲ ਜੀ ਕਿਵੇਂ ਜਸਟਿਸ ਕਿਵੇਂ ਹੋਗਾ? ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਦੇਖੋ ਮੈਂ ਇਹਨਾਂ ਨੂੰ ਇਸ ਤਰ੍ਹਾਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਇਹ ਦੋਸ਼ੀ ਫੜਿਆ ਜਾਂਦਾ ਬੇਅਦਬੀ ਕਰਦਾ, ਪਹਿਲਾਂ ਤਾਂ ਉਹਦੀ ਪੂਰੀ ਪੁਣਛਾਣ ਹੋਣੀ ਚਾਹੀਦੀ ਆ। ਉਹਦੇ ਪਿੱਛੇ ਕੌਣ ਬੈਠਾ ਆ, ਕੌਣ ਕਰਵਾ ਰਿਹਾ ਆ, ਇਹ ਪੂਰੀ ਪੁੱਛ ਪੜਤਾਲ ਕਰਨ ਤੋਂ ਬਾਅਦ ਜੇਕਰ ਉਹਦਾ ਦੋਸ਼ ਸਾਬਤ ਹੁੰਦਾ ਆ ਤੇ ਉਹਨੂੰ ਖੜੇ ਚੌਂਕ ਦੇ ਵਿੱਚ ਖੜਾ ਕਰਕੇ ਉਹਨੂੰ ਗੋਲੀ ਮਾਰਨੀ ਚਾਹੀਦੀ ਆ, ਤਾਂ ਕਿ ਉਸ ਤੋਂ ਬਾਅਦ ਕੋਈ ਜਿਹੜਾ ਆ ਉਹ ਇਸ ਤਰ੍ਹਾਂ ਦਾ। ਜੰਗਵੀਰ ਜੀ, ਅਸੀਂ ਪੰਜਾਬ ਦਾ ਲਾਅ ਐਂਡ ਆਰਡਰ ਬਚਾਉਣ ਦੀ ਗੱਲ ਕਰ ਰਹੇ ਹਾਂ, ਤੁਸੀਂ ਕਹਿ ਰਹੇ ਲੋਕ ਆਪਣੇ ਹੱਥ ਵਿੱਚ ਲੈ ਲੈਣ ਲਾਅ। ਇਹ ਤਾਂ ਬਹੁਤ ਹੀ ਫਿਰ ਹੋਰ ਪੰਜਾਬ ਦੇ ਬੁਰੇ ਹਾਲ ਹੋ ਜਾਣੇ, ਕਿਸੇ ਨੂੰ ਵੀ ਸ਼ੱਕ ਦੇ ਬਿਆਨ ਤੇ ਕਰਤਾ ਜਾਏਗਾ। ਉਹ ਨਹੀਂ ਉਹ ਅਸੀਂ ਨਹੀਂ ਗੱਲ ਕਰ ਰਹੇ। ਸਰਕਾਰ ਕਰੇ ਇਹ ਕੰਮ,
ਜਿਸ ਤਰ੍ਹਾਂ ਅਰਬ ਦੇਸ਼ਾਂ ਦੇ ਵਿੱਚ ਹੁੰਦਾ, ਉਹ ਗੱਲ ਕਰ ਰਹੇ ਹਾਂ ਅਸੀਂ। ਪਰ ਅਰਬ ਦੇਸ਼ਾਂ 'ਚ ਵੀ ਕ੍ਰਾਈਮ ਇਸ ਤਰ੍ਹਾਂ ਖਤਮ ਨਹੀਂ ਹੋਇਆ ਹੈ, ਇਹਦੇ ਨਾਲ ਤਾਂ ਹਾਲਾਤ ਹੋਰ ਹੀ ਖਰਾਬ ਹੋਏ ਨੇ, ਜ਼ਿਆਦਾ ਰਿਗਰੈਸਿਵ ਹੋ ਗਈਆਂ ਨੇ ਉਹ ਸੁਸਾਇਟੀਜ਼। ਤਾਂ ਫਿਰ ਇਸ ਤਰ੍ਹਾਂ ਤਾਂ ਇਹ ਬੇਅਦਬੀਆਂ ਰੁਕਣੀਆਂ ਨਹੀਂ ਜੀ। ਫਿਰ ਮੇਰੇ ਹਿਸਾਬ ਦੇ ਨਾਲ ਆਪਾਂ ਇੱਕ ਦੂਜੇ ਦੇ ਚਿੱਕੜ ਸਿੱਟੀ ਜਾਵਾਂਗੇ, ਇੱਕ ਦੂਜੀ ਪਾਰਟੀ ਇੱਕ ਦੂਜੇ ਦੇ ਚਿੱਕੜ ਸਿੱਟਾਂਗੇ, ਤਾਂ ਇਹ ਮਸਲਾ ਤਾਂ ਹੱਲ ਹੁੰਦਾ ਹੀ ਨਹੀਂਗਾ। ਚਲੋ ਤਦ ਤੱਕ ਅਸ਼ੋਕ ਸਰੀਨ ਜੀ ਕੋਲ ਵਾਪਿਸ ਆਨੇ ਬੀਜੇਪੀ ਤੋਂ, ਆਪਾਂ ਪੰਜਾਬ ਤੇ ਰਹੀਏ, ਉਸ ਤੋਂ ਬਾਹਰ ਹਜੇ ਨਾ ਜਾਈਏ, ਸਾਡਾ ਮੁੱਦਾ ਉਹੀ ਹੈ। ਲੇਕਿਨ ਹਾਂ, ਤੁਸੀਂ ਜਵਾਬ ਦੇ ਸਕਦੇ ਹੋ, ਆਮ ਆਦਮੀ ਪਾਰਟੀ ਵੀ ਤੁਹਾਡੇ ਤੇ ਬਲੇਮ ਪਾ ਰਹੀ ਹੈ ਕਿ ਇਹ ਪੋਲਿਟਿਕਸ ਇਸ ਤਰ੍ਹਾਂ ਦੀ, ਬੀਜੇਪੀ ਵੀ ਇਸ ਤਰ੍ਹਾਂ ਦੀ ਇੰਡਲਜ ਕਰਦਾ ਰਿਹਾ। ਦੇਖੋ, ਬੀਜੇਪੀ ਹਮੇਸ਼ਾ ਦੰਗੇ ਦੀ ਰਾਜਨੀਤੀ ਤੋਂ, ਪੰਗੇ ਦੀ ਰਾਜਨੀਤੀ ਤੋਂ ਕਿਨਾਰਾ ਕਰਦੀ ਰਹੀ ਹੈ ਔਰ ਵਿਸ਼ਵਾਸ ਨਹੀਂ ਕਰਦੀ। ਜਿੱਥੇ ਤੱਕ ਮੇਰੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਮਿੱਤਰ ਨੇ ਕਿਹਾ, ਚਲੋ ਵਿਸ਼ੇ ਨਹੀਂ ਹੈ, ਮੈਂ ਇਹਨਾਂ ਨੇ ਦਿੱਲੀ ਦੀ ਗੱਲ ਕੀਤੀ ਸੀ, 53 ਲੋਕ ਮਰੇ, ਤੁਹਾਡਾ ਕਾਉਂਸਲਰ ਸੀ ਤਾਹਿਰ, ਉਹਦਾ ਨਾਮ ਆਇਆ ਸੀ। ਪਰ ਆਪਾਂ ਪੰਜਾਬ ਤੇ ਰਹਿਣਾ। ਹਾਂ, ਆ ਜਾਓ ਪੰਜਾਬ ਤੇ, ਆ ਜਾਓ। ਬੋਲੋ ਬੋਲੋ, ਨਹੀਂ ਬੋਲੋ ਤੁਸੀਂ, ਨਹੀਂ ਆਓ ਜੀ, ਮੁੱਦੇ ਦੀ ਗੱਲ ਕਰੋ ਜੀ। ਉਹ ਤੁਸੀਂ ਜੋ ਬੀਜੇਪੀ ਵਾਲੇ ਝੂਠੇ ਜੋ ਆਮ ਆਦਮੀ ਪਾਰਟੀ ਤੇ ਬਲੇਮ ਕਰਦੇ ਹੋ ਨਾ, ਤੁਸੀਂ, ਅਸੀਂ ਨਹੀਂ ਦੰਗੇ ਕਰਾਉਂਦੇ ਕਦੇ ਵੀ, ਇਹ ਤੁਹਾਡੇ, ਫਿਰ ਤੁਸੀਂ ਕਹੋਗੇ ਫਿਰ ਪਿੱਛੇ ਚਲੇ ਜਾਵਾਂਗੇ। ਆਪਾਂ ਗੁਜਰਾਤ ਤੇ ਨਰਿੰਦਰ ਮੋਦੀ ਜੀ ਨੇ ਕਰਾਏ ਸੀ, ਵਾਜਪਾਈ ਜੀ ਨੇ ਤਾੜਿਆ ਸੀ ਨਰਿੰਦਰ ਮੋਦੀ ਜੀ ਨੂੰ ਕਿ ਤੂੰ ਇਹ ਕੰਮ ਨਾ ਕਰ ਜੋ ਤੂੰ ਗੁਜਰਾਤ 'ਚ ਦੰਗੇ ਕਰਵਾਏ। ਤੁਸੀਂ ਇਹ ਨਾ ਬੋਲੋਗੇ ਤਾਂ ਵਧੀਆ ਰਹੋਗੇ, ਨਹੀਂ ਤਾਂ ਇਹੋ ਜਿਹਾ ਅਸੀਂ ਉਧੇੜਾਂਗੇ ਕਿ ਯਾਦ ਰੱਖੋਗੇ ਬੀਜੇਪੀ ਵਾਲੇ। ਹੁਣੇ ਤੁਸੀਂ ਜੋ 700 ਕਿਸਾਨ ਮਰੇ, ਤੁਸੀਂ ਜ਼ਿੰਮੇਵਾਰ ਹੋ। ਨਰਿੰਦਰ ਮੋਦੀ ਨੇ ਕਿਹਾ ਮੈਂ ਮਾਫੀ ਮੰਗਦਾ, ਮਾਫੀ ਨਹੀਂ, ਜਿਨ੍ਹਾਂ ਦੇ 700 ਘਰਾਂ ਦੇ ਚਿਰਾਗ ਬੰਦ ਕਰਵਾਤੇ ਤੁਸੀਂ, ਅੱਜ ਤੁਸੀਂ ਕਹਿੰਦੇ ਤੁਸੀਂ ਦੰਗਿਆਂ 'ਚ ਰਾਜਨੀਤੀ ਨਹੀਂ ਕਰਦੇ। ਤੁਸੀਂ ਪੰਜਾਬ 'ਚ, ਹਾਂ ਬਿਲਕੁਲ ਆ ਗਏ ਜੀ, ਬਿਲਕੁਲ ਪੰਜਾਬ 'ਚ ਆ ਗਏ ਜੀ। ਹੁਣ ਮੇਰੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਮਿੱਤਰ ਬੋਲ ਰਹੇ ਹੈ, ਕਿਸਾਨਾਂ ਦੀ ਗੱਲ ਕਰ ਰਹੇ ਸੀਗੇ। ਇਹ ਮੇਰੇ ਮਿੱਤਰ ਉਸੇ ਹੀ ਕੇਜਰੀਵਾਲ ਜੀ ਦੇ ਸਹਿਯੋਗੀ ਹੈ, ਜਿਹੜੇ ਪੰਜਾਬ ਜਾ ਕੇ ਤਾਂ ਕਿਸਾਨਾਂ ਨੂੰ ਕਹਿੰਦੇ ਆ ਮੈਂ ਤੁਹਾਡੇ ਨਾਲ ਹੈ, ਪਰ ਦਿੱਲੀ 'ਚ ਜਾ ਕੇ ਕਿਸਾਨਾਂ ਦੇ ਖਿਲਾਫ ਐਫੀਡੇਵਿਟ ਦਿੰਦੇ ਆ ਕੋਰਟ 'ਚ ਕਿ ਜਿਹੜਾ ਧੂਆਂ ਦਿੱਲੀ ਦੇ ਵਿੱਚ ਆ ਰਿਹਾ ਉਹ ਕਿਸਾਨਾਂ ਕਰਕੇ ਕੋਈ ਨਹੀਂ, ਝੂਠ ਨਾ ਮਾਰੋ, ਝੂਠ ਨਾ ਮਾਰੋ। ਅਸੀਂ ਇਹ ਐਫੀਡੇਵਿਟ ਦਿੱਤਾ, ਅਸੀਂ ਕਿਹਾ ਕਿ ਜਿਹੜੀ ਸਰਕਾਰ ਹੈ, ਅਸੀਂ ਕਿਹਾ ਕਿ ਜਿਹੜੀ ਸਰਕਾਰ ਹੈ, ਪੰਜਾਬ ਸਰਕਾਰ ਮਦਦ ਨਹੀਂ ਕਰਦੀ ਕਿਸਾਨਾਂ ਦੀ। ਧੂਆਂ ਬੰਦ ਹੋ ਸਕਦਾ ਹੈ, ਪੰਜਾਬ ਸਰਕਾਰ ਪੈਸਾ ਨਹੀਂ ਲਾ ਰਹੀ, ਪਰਾਲੀ ਨੂੰ ਸਾੜਨ ਤੋਂ ਨਹੀਂ ਰੋਕਿਆ ਜਾਂਦਾ ਕਿਉਂਕਿ ਸਰਕਾਰ ਉਹਨਾਂ ਨੂੰ ਫੰਡ ਨਹੀਂ ਦਿੰਦੀ ਕਿਸਾਨਾਂ ਨੂੰ। ਅਸੀਂ ਇਹ ਮੁੱਦਾ ਕਹਿ ਰਹੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਹੈ, ਅਸੀਂ ਤਾਂ ਕਹਿੰਦੇ ਹਾਂ ਕਿ ਕੋਈ ਫਾਇਦਾ ਨਹੀਂ ਹੋਣਾ ਇਸ ਤਰ੍ਹਾਂ। ਦੋਵਾਂ ਦੀ ਆਵਾਜ਼ ਨਹੀਂ ਸੁਣਨੀ ਅਸ਼ੋਕ ਜੀ, ਰਾਜਨ ਜੀ। ਪਰ ਆਪਾਂ ਦੋ ਬਹੁਤ ਅਲੱਗ ਗੱਲਾਂ ਇਸ ਵੇਲੇ ਰਿਲੇਟ ਕਰ ਰਹੇ ਹਾਂ। ਸਟਬਲ ਬਰਨਿੰਗ ਲਈ ਐਫੀਡੇਵਿਟ ਦੇਣਾ ਤੇ 3 ਕਿਸਾਨੀ ਲਾਜ਼ ਤੇ ਉਹਨੂੰ ਦੰਗਿਆਂ ਨਾਲ ਜੋੜਨਾ, ਫਿਰ ਬੇਅਦਬੀ, ਤੁਸੀਂ ਬਹੁਤ ਦੂਰ ਜਾ ਰਹੇ ਹੋ। ਲੇਕਿਨ ਇੱਕ ਵਾਰੀ ਫਿਰ ਅਰਸ਼ਪ੍ਰੀਤ ਜੀ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਆ ਰਹੀ ਹੈ ਜੀ, ਮੇਰੀ ਆ ਰਹੀ ਹੈ। ਹਾਂਜੀ ਅਰਸ਼ਪ੍ਰੀਤ ਜੀ, ਹਾਂਜੀ ਹੁਣ ਤੁਹਾਡੀ ਆਵਾਜ਼ ਆ ਰਹੀ ਹੈ। ਕਾਂਗਰਸ ਤੇ ਬਾਰ-ਬਾਰ ਇਲਜ਼ਾਮ ਲੱਗ ਰਿਹਾ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਰਹੀ ਹੈ ਬੇਅਦਬੀ ਦੇ। ਤੁਸੀਂ ਦੇਖ ਲਓ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਕੱਲ ਪਟਿਆਲਾ। ਹੈਜ਼ ਦੀ ਕਾਂਗਰਸ ਫੇਲਡ ਟੂ ਪ੍ਰੋਟੈਕਟ ਦੀ ਲਾਅ ਐਂਡ ਆਰਡਰ ਇਨ ਦ ਸਟੇਟ? ਨਾਟ ਐਟ ਆਲ। ਪਹਿਲੀ ਗੱਲ ਤਾਂ ਇਹਨਾਂ ਨੂੰ ਇਲਮ ਹੀ ਨਹੀਂ ਇਸ ਚੀਜ਼ ਦਾ ਕਿ ਪੋਸਟ ਮਾਡਲ ਕੋਡ ਆਫ ਕੰਡਕਟ ਪੁਲਿਸ ਜਿਹੜੀ ਹੈ ਉਹ ਸਰਕਾਰ ਦੇ ਅੰਡਰ ਨਹੀਂ ਆਉਂਦੀ ਹੁੰਦੀ, ਇਲੈਕਸ਼ਨ ਕਮਿਸ਼ਨ ਦੇ ਅੰਡਰ ਆਉਂਦੀ ਹੈ। ਅਸੀਂ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ, ਪਰ ਉਸ ਤੋਂ ਪਹਿਲਾਂ ਵੀ ਬੇਅਦਬੀ ਦੇ ਬਹੁਤ ਇਨਸੀਡੈਂਟਸ ਹੁੰਦੇ ਰਹੇ ਨੇ। ਜਿੱਥੋਂ ਤੱਕ ਪੁਰਾਣੇ ਇਨਸੀਡੈਂਟਸ ਦੀ ਗੱਲ ਹੈ, ਪਹਿਲਾਂ ਤਾਂ ਮੈਂ ਦੱਸਦਾ ਕਿ ਇਹ ਡਿਪਲੋਰੇਬਲ ਇਨਸੀਡੈਂਟ ਹੈ, ਇਟ ਸ਼ੁਡਨਟ ਹੈਵ ਹੈਪਨ। ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਤੇ ਦੂਜੀ ਗੱਲ, ਜਿਹੜੇ ਪੁਰਾਣੇ ਇਨਸੀਡੈਂਟਸ ਹੈ, ਕਾਂਗਰਸ ਪਾਰਟੀ ਨੇ ਮੇਕ ਸ਼ੋਰ ਕੀਤਾ ਕਿ ਵਿਜੀਲੈਂਸ ਰਵੇ ਮੇਨਟੇਨਡ। 24/7 ਸੀਸੀਟੀਵੀ ਕੈਮਰਾਸ ਦੀ ਸੁਪਰਵੀਲੈਂਸ ਹੁੰਦੀ ਸੀਗੀ। ਸਾਡੇ ਸਾਰੇ ਪੁਲਿਸ ਆਫੀਸਰਸ ਵਰ ਔਨ देयर ਟੋਜ਼। ਅਸੀਂ ਮੇਕ ਸ਼ੋਰ ਕੀਤਾ ਕਿ ਜ਼ਿਆਦਾ ਤੋਂ ਜ਼ਿਆਦਾ ਇਨਸੀਡੈਂਟਸ ਅਵਰਟ ਹੋਣ। ਤੇ ਨਾਲੇ ਕਾਂਗਰਸ ਪਾਰਟੀ ਉਹ ਪਾਰਟੀ ਹੈ, ਇਕਲੌਤੀ ਪਾਰਟੀ ਹੈ ਜਿਨ੍ਹਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਦੀ ਡਿਮਾਂਡ ਕੀਤੀ ਸੀਗੀ ਸੈਕਸ਼ਨ 295A ਦੀ। ਜਿਹੜਾ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਉਮਰ ਕੈਦ ਹੋਵੇ, ਇਸ ਚੀਜ਼ ਦੀ ਡਿਮਾਂਡ ਕਾਂਗਰਸ ਨੇ ਕੀਤੀ ਹੈ, ਹੋਰ ਕਿਸੇ ਪਾਰਟੀ ਨੇ ਨਹੀਂ ਅੱਜ ਤੱਕ ਕੀਤੀ। ਨਹੀਂ ਅਰਸ਼ਪ੍ਰੀਤ ਜੀ, ਲੈਟ ਮੀ ਰਿਮਾਈਂਡ ਯੂ 2016 ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀਗੀ ਜਿਨ੍ਹਾਂ ਨੇ ਪਹਿਲੀ ਵਾਰ ਇਹ ਬਿੱਲ ਲਿਆਉਂਦਾ ਸੀਗਾ। ਇਹ ਅਪਰੂਵ 2018 ਵਿੱਚ ਪੰਜਾਬ ਦੀ ਕੈਬਨਿਟ 'ਚ ਹੋਇਆ। ਸੋ ਲੈਟ ਮੀ ਫੈਕਚੁਅਲੀ ਕਰੈਕਟ ਯੂ ਉੱਥੇ। ਜਗਬੀਰ ਜੀ ਮੇਰੀ ਆਵਾਜ਼ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ? ਜਗਬੀਰ ਜੀ ਲੈਟ ਮੀ ਕਲੈਰੀਫਾਈ ਦੈਟ ਐਸ ਵੈਲ। ਓਕੇ ਅਰਸ਼ਪ੍ਰੀਤ, ਸਰਕਾਰ ਕੀ ਦੀ ਸੀਗੀ 2018 ਦੇ ਵਿੱਚ? ਸਰਕਾਰ ਕੀ ਦੀ ਸੀ? ਕਾਂਗਰਸ ਦੀ ਨਾ। ਇਫ ਦੀ ਅਕਾਲੀ ਦਲ ਵਾਂਟਡ ਟੂ ਬ੍ਰਿੰਗ ਇਟ, they could have, they had the majority in 2016 ਜੇ ਤੁਸੀਂ ਕਹਿ ਰਹੇ ਹੋ, but they lacked the will to do it. ਉਹਨਾਂ ਦੀ ਨੀਅਤ ਸਾਫ਼ ਨਹੀਂ ਸੀ, ਉਹ ਸਿਰਫ ਗੱਲਾਂ ਕਰਦੇ ਸੀ। we were the ones who actually executed it। ਤੇ ਅੱਜ ਤਾਂ ਕਰਕੇ ਲਾਈਫ ਇੰਪ੍ਰਿਜ਼ਨਮੈਂਟ ਇਹਦੇ ਵਿੱਚ ਹੁੰਦੀ ਹੈ। ਦੂਜੀ ਗੱਲ, ਕਾਂਗਰਸ ਪਾਰਟੀ ਨੇ ਟਾਈਮ ਐਂਡ ਅਗੇਨ ਮੇਕ ਸ਼ੋਰ ਕੀਤਾ ਕਿ ਇਹ ਜੇ ਇਨਸੀਡੈਂਟਸ ਨੂੰ ਬਿਲਕੁਲ ਸਖਤ ਤਰੀਕੇ ਨਾਲ, ਸਟ੍ਰਿੰਜੈਂਟ ਤਰੀਕੇ ਨਾਲ ਡੀਲ ਕੀਤਾ ਜਾਵੇ।
ਸੋ देयरफॉर वी हैव डन आवर पार्ट। ਹੁਣ ਪੁਲਿਸ ਜਿਹੜੀ ਇਲੈਕਸ਼ਨ ਕਮਿਸ਼ਨ ਦੇ ਅੰਡਰ ਆਉਂਦੀ ਹੈ, ਇਲੈਕਸ਼ਨ ਕਮਿਸ਼ਨ ਦਾ ਫੇਲਿਅਰ ਹੈ ਜੋ ਇਨਸੀਡੈਂਟ ਹੋ ਰਿਹਾ ਹੈ, ਲੇਕਿਨ ਕਾਂਗਰਸ ਪਾਰਟੀ ਆਫਟਰ ਇਟ ਕਮਸ ਬੈਕ ਇਨਟੂ ਪਾਵਰ ਅਸੀਂ ਮੇਕ ਸ਼ੋਰ ਕਰਾਂਗੇ ਕਿ ਇੱਕ ਵੀ ਇਨਸੀਡੈਂਟ ਹੋਵੇ ਨਾ ਤੇ ਦਿਸ cheese will be basically testified by Punjab itself when we come back into power. ਖੈਰ ਅਸ਼ੋਕ ਜੀ, ਤਦ ਤੱਕ ਤੁਸੀਂ ਵੀ ਆਨਸਰ ਕਰ ਸਕਦੇ ਹੋ ਕਿਉਂਕਿ ਉਦੋਂ ਤੁਸੀਂ ਪਿਛਲੀ ਸਰਕਾਰ ਤੁਹਾਡੀ ਅਕਾਲੀ ਦਲ ਨਾਲ ਸੀਗੀ। ਯੂ ਸ਼ੁੱਡ ਬੀ ਇਕੁਅਲੀ ਬਲੇਮਡ ਔਰ ਬੀ ਰਿਸਪੌਂਸਿਬਲ ਫॉर ਦ ਇਨਸੀਡੈਂਟਸ ਜੋ 2015 ਤੋਂ 17 ਦੇ ਵਿੱਚ ਹੋਏ। ਤੁਹਾਡੀ ਪ੍ਰਤੀਕਿਰਿਆ? ਦੇਖੋ, ਉਸ ਸਮੇਂ ਦੀ ਸਰਕਾਰ ਨੇ ਮੌਕੇ ਦੇ ਉੱਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਔਰ ਕਈ ਲੋਕਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ, ਪਰ ਅਸੀਂ ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਨਾਲ ਕਿੱਦਾਂ ਵੀ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੁੰਦੇ, ਕਿਉਂਕਿ ਇਹ ਪੰਜਾਬ ਦੀ ਲੋਕਾਂ ਦੀ ਧਾਰਮਿਕ ਸ਼ਰਧਾ ਦਾ ਮਾਮਲਾ ਹੈ ਔਰ ਕਾਂਗਰਸ ਪਾਰਟੀ ਨੇ ਚੋਣਾਂ ਦੇ ਵਿੱਚ ਇਸ ਨੂੰ ਏਜੰਡਾ ਬਣਾਇਆ ਕਿ ਅਸੀਂ ਬੇਅਦਬੀ ਦੇ ਬਰਗਾੜੀ ਦੇ ਦੋਸ਼ੀਆਂ ਨੂੰ ਫੜ ਕੇ ਦੇਵਾਂਗੇ ਅੰਦਰ। ਦੇਖੋ, ਹੁਣ ਤਾਂ 5 ਸਾਲ ਬੀਤ ਚੱਲੇ ਆ, ਕਿੱਥੇ ਗਿਆ ਇਹਨਾਂ ਦਾ ਕਾਨੂੰਨ ਵਿਵਸਥਾ? ਇੱਕ ਕਾਂਗਰਸ ਪਾਰਟੀ ਦੀ ਹੁਣ ਇੱਕ ਰੀਤ ਬਣ ਗਈ ਹੈ, ਜੋ ਚੰਗਾ ਕੰਮ ਕੀਤਾ ਉਹ 111 ਦਿਨ ਨੇ ਕੀਤਾ, ਜੋ ਮਾੜਾ ਕੀਤਾ ਉਹ ਕੈਪਟਨ ਸਾਹਿਬ ਨੇ ਕੀਤਾ। ਮੇਰੀ ਇਹ ਗੱਲ ਸੁਣੋ ਕਿ ਕਾਂਗਰਸ ਹੁਣੀ ਖੜਿਆਲ ਸਾਹਿਬ ਨੇ ਵੀ ਇਹ ਗੱਲ ਕਿਹਾ, ਵਿੱਚ ਕਿਤੇ ਗੱਲ ਆਊਗੀ ਉਹ ਕਹਿ ਦੇਣਗੇ ਉਦੋਂ ਤਾਂ ਕੈਪਟਨ ਸਾਹਿਬ ਸੀ। ਕਾਂਗਰਸ ਦੀ ਸਰਕਾਰ ਸੀ ਨਾ, ਕੈਪਟਨ ਸਾਹਿਬ ਕਾਂਗਰਸ ਦੇ ਮੁੱਖ ਮੰਤਰੀ ਸੀਗੇ ਔਰ ਅੱਜ ਵੀ ਇਹਨਾਂ ਨੇ ਕਿਹੜਾ ਕੰਮ ਇਹੋ ਜਿਹਾ ਕੀਤਾ 111 ਦਿਨ ਚ ਵੀ? ਕਿਹੜਾ ਮੱਲ ਮਾਰੀ, ਝੂਠ ਬੋਲ ਕੇ ਲੋਕਾਂ ਨੂੰ ਠੱਗਿਆ ਔਰ ਅੱਜ ਕਾਨੂੰਨ ਦਾ ਡਰ, ਖੌਫ ਚ ਆਮ ਜਨਤਾ ਹੈ ਪੰਜਾਬ ਦੀ ਤੇ ਜਿਹੜੇ ਦੋਸ਼ੀ ਆ ਉਹ ਬੇਖੌਫ ਹੈ। ਲੁਧਿਆਣੇ ਬੰਬ ਕਾਂਡ ਹੋਇਆ, ਰਿਜ਼ਲਟ 0। ਬੇਅਦਬੀ ਹੋਈ ਅੰਮ੍ਰਿਤਸਰ, ਰਿਜ਼ਲਟ 0। ਬੇਅਦਬੀ ਅਜਨਾਲੇ ਹੋਈ ਹਿੰਦੂ ਮੰਦਿਰ 0। ਲੁਧਿਆਣੇ ਹੋਈ, ਰਿਜ਼ਲਟ 0। ਔਰ ਇੱਥੇ ਵੀ ਇਸੇ ਤਰ੍ਹਾਂ ਹੀ ਹੋਣਾ ਹੈ, ਕਿਉਂਕਿ ਜਿਹੜਾ ਕਾਨੂੰਨ ਦਾ ਡਰ ਸੀ ਨਾ ਉਹ ਲੋਕਾਂ ਦੇ ਵਿੱਚ ਹੈ, ਬਦਮਾਸ਼ਾਂ 'ਚ, ਅਸਮਾਜਿਕ ਤੱਤਵਾਂ ਦੇ ਵਿੱਚ ਖਤਮ ਹੋ ਚੁੱਕਾ ਹੈ। ਔਰ ਕਿਉਂਕਿ ਇਹਨਾਂ ਦੇ ਜਿਹੜੇ ਪੋਲੀਟੀਕਲ ਸਟ੍ਰੈਟੇਜਿਸਟ ਹੈ ਸਿੱਧੂ ਸਾਹਿਬ ਦੇ, ਉਹ ਤਾਂ ਆਪ ਹੀ ਇੱਕ ਫਿਰਕਾਵਾਦੀ ਰਾਜਨੀਤੀ ਕਰ ਰਿਹਾ ਹੈ, ਵੱਖਵਾਦੀ ਰਾਜਨੀਤੀ ਨੂੰ ਪ੍ਰਮੋਸ਼ਨ ਕਰ ਰਿਹਾ ਹੈ ਔਰ ਵੱਖਵਾਦੀ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਵਾਲਿਆਂ ਦਾ ਸਾਇਲੈਂਟ ਰਹਿ ਕੇ ਸਮਰਥਨ ਇਹਨਾਂ ਦੇ ਪ੍ਰਦੇਸ਼ ਦੇ ਅਧਿਕਸ਼, ਸੀਐਮ, ਹੋਮ ਮਿਨਿਸਟਰ ਕਰ ਰਿਹਾ ਹੈ। ਤੇ ਅਸੀਂ ਇਹਨਾਂ ਲੋਕਾਂ ਕੋਲੋਂ ਕਿੱਦਾਂ ਵਿਸ਼ਵਾਸ ਕਰ ਸਕਦੇ ਹਾਂ ਕਿ ਸੁਰੱਖਿਆ ਔਰ ਸੁਵਿਧਾ ਦੇ ਸਕਦੇ ਆ? ਮੇਰੇ ਸਾਥੀ ਇਹ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਦੇ ਅੰਡਰ ਆ ਗਿਆ ਸਭ ਕੁਝ। ਤੁਸੀਂ ਸੀਐਮ ਹੋ, ਤੁਹਾਡੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਤੁਸੀਂ। ਇਹ ਕਹਿਣਾ ਮੈਂ ਸਮਝਦਾ ਦੁਖਦਾਈ ਹੈ। ਅਸ਼ੋਕ ਜੀ, ਮੇਰਾ ਇੱਕ ਸਵਾਲ ਹੈ ਤੁਹਾਨੂੰ। ਤੁਸੀਂ ਕਹਿ ਰਹੇ ਹੋ 5 ਸਾਲਾਂ 'ਚ ਕਾਂਗਰਸ ਨੇ ਕੁਝ ਨਹੀਂ ਕੀਤਾ ਤੇ ਜਿਹੜਾ 111 ਦਿਨ ਤੋਂ ਪਹਿਲਾਂ ਸੀਐਮ ਰਿਹਾ ਹੁਣ ਉਹਦੇ ਨਾਲ ਤੁਸੀਂ ਅਲਾਈਅੰਸ 'ਚੋਂ, ਸੋ ਜੇ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਤਾਂ ਇੰਨੀ ਖਰਾਬ ਸਾਰਾ ਸ਼ਾਸਨ ਸੀਗਾ, ਤੁਸੀਂ ਉਹਨਾਂ ਨਾਲ ਕਿਉਂ ਜੁੜ ਗਏ ਹੋ? ਮੈਂ ਤੁਹਾਨੂੰ ਇਹ ਦੱਸ ਰਿਹਾ ਕਿ 5 ਸਾਲਾਂ 'ਚ ਉਹਨਾਂ ਨੇ ਇਹ ਗੱਲ ਇਹ ਕਹੀ ਹੈ, ਜੇ ਚੰਗਾ ਹੋਇਆ ਤੇ ਅਸੀਂ, ਜਿਹੜਾ 5 ਸਾਲਾਂ ਦੇ ਦੌਰਾਨ ਮੇਜਰ ਇਨਸੀਡੈਂਟ ਹੋਏ, 131 ਲੋਕ ਜ਼ਹਿਰੀਲੀ ਸ਼ਰਾਬ ਨਾਲ ਮਰੇ, ਉਹ ਕਿਹਦੇ ਨਾਲ ਮਰੇ? ਉਸ ਵੇਲੇ ਸੀਐਮ ਅਮਰਿੰਦਰ ਸਿੰਘ ਸੀਗੇ, ਤੁਸੀਂ ਉਹਨਾਂ ਨਾਲ ਅਲਾਈਅੰਸ ਕਰ ਲਈ ਜੋ ਇੰਨੇ ਮਾੜੇ ਸੀ। ਉਸੇ ਗੱਲ ਧਿਆਨ ਲੱਗਾ ਨਾ ਜੀ, ਸੀਐਮ ਸਾਹਿਬ ਦੀ ਤਾਂ ਇਹਨਾਂ ਨੇ ਚੱਲਣ ਨਹੀਂ ਦਿੱਤੀ। ਤੁਸੀਂ 5 ਦਿਨ ਪਹਿਲਾਂ ਦੀ ਸੀ ਉਹ ਦੇਖ ਲਓ, ਸਿੱਧੂ ਸਾਹਿਬ ਦੀ, ਉਹ ਕਹਿੰਦੇ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ ਪਰ ਜੋ ਸੋਨੀਆ ਮੈਡਮ ਕਹਿੰਦੇ ਸੀ ਉਹ ਕਰਦੇ ਸੀ। ਸਾਹਿਬ ਜੀ, ਮੈਂ ਇਸ ਚੀਜ਼ ਦਾ ਜਵਾਬ ਦੇ ਦਿੰਦਾ। ਮੇਰਾ ਕਹਿਣ ਨੂੰ ਜਵਾਬ ਲੈ। ਪਹਿਲੀ ਗੱਲ ਤਾਂ ਇਹ ਜਿਹੜੀਆਂ ਗੱਲਾਂ ਕਰਦੇ ਨਾ ਬੇਦਬੀ ਵਾਲੀਆਂ ਵੀ ਇਨਸਾਫ ਨਹੀਂ ਹੋ ਸਕਿਆ, ਇਹ ਭੁੱਲ ਗਏ ਨੇ ਵੀ ਕੈਪਟਨ ਸਾਹਿਬ 4.5 ਸਾਲ ਮੁੱਖ ਮੰਤਰੀ ਸੀ, ਜਿਹੜੇ ਅੱਜ ਇਹਨਾਂ ਦੇ ਅਲਾਈਅੰਸ ਪਾਰਟਨਰ ਨੇ। ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਕੰਡੈਮ ਕਰਨਾ ਚਾਹੀਦਾ, ਕ੍ਰਿਟਿਸਾਈਜ਼ ਕਰਨਾ ਚਾਹੀਦਾ, ਉਸ ਤੋਂ ਬਾਅਦ ਅਲਾਈਅੰਸ ਤੋੜਨੀ ਚਾਹੀਦੀ ਹੈ। ਤੁਸੀਂ ਉਹਨਾਂ ਦੇ ਕਾਨੂੰਨ ਦਾ ਹਵਾਲਾ ਦਿੱਤਾ, ਉਮਰ ਕੈਦ ਵਾਲਾ ਤੁਸੀਂ ਸਭ ਤੋਂ ਪਹਿਲੀ ਉਦਾਹਰਨ ਉਹਨਾਂ ਦੇ ਕਾਨੂੰਨ ਦੀ ਦਿੱਤੀ। ਸੁਣ ਲਓ, ਥੋੜੇ ਟਾਈਮ ਨਹੀਂ ਬੋਲਿਆ, ਕਾਈਂਡਲੀ ਸੁਣ ਲਓ, ਸੁਣਨ ਦਾ ਮਾਦਾ ਰੱਖਿਆ ਕਰੋ। ਦੂਜੀ ਗੱਲ, ਕੈਪਟਨ ਸਾਹਿਬ ਨਾਲ ਅਲਾਈਅੰਸ ਤੋੜੋ, ਉਹਨਾਂ ਨੂੰ ਕੰਡੈਮ ਕਰੋ ਤੇ ਉਸ ਤੋਂ ਬਾਅਦ ਸਾਡੀ ਗੱਲ ਕਰਿਓ। ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਨੇ ਐਡਮਿਟ ਕੀਤਾ ਔਨ ਰਿਕਾਰਡ ਕਿ ਡੀਜੀਪੀ ਸੈਣੀ ਨੂੰ ਡੀਜੀਪੀ ਲਾਉਣਾ ਵਾਸ ਦ ਬਿਗੇਸਟ ਮਿਸਟੇਕ ਆਫ ਆਵਰ ਲਾਈਫ ਤੇ 2 ਸਾਲ ਦੇ ਵਿੱਚ ਅਸੀਂ ਨਹੀਂ ਇਨਸਾਫ ਦੇ ਸਕੇ। ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ, ਔਨ ਟਾਈਮ ਅਸੀਂ ਸਿੱਟ ਬਣਾਈ, ਔਨ ਟਾਈਮ ਚਲਾਨ ਪੇਸ਼ ਹੋਇਆ, ਹਾਈ ਕੋਰਟ ਨੇ ਸਿੱਟ ਨੂੰ ਕੁਐਸ਼ ਕਰਤਾ, ਉਹਦੇ ਬਾਵਜੂਦ ਵਾਇਆ ਸਪੈਸ਼ਲੀ ਪਟੀਸ਼ਨ ਅਸੀਂ ਚੈਲੰਜ ਕੀਤਾ ਉਹਨੂੰ ਸੁਪਰੀਮ ਕੋਰਟ ਦੇ ਵਿੱਚ, ਨਾਲੇ ਮੇਕ ਸ਼ੋਰ ਕੀਤਾ ਕਿ ਸਿੱਟ ਦੂਜੀ ਵਾਰੀ ਟਾਈਮ ਬਾਉਂਡ ਬਣੇ ਤੇ ਇਨ ਟਾਈਮ ਅਸੀਂ ਫਿਰ ਚਲਾਨ ਪੇਸ਼ ਕੀਤਾ। ਇਟਸ ਨਾਟ ਆਵਰ ਫਾਲਟ ਕਿ ਜੁਡੀਸ਼ਰੀ ਨੇ ਉਹਨੂੰ ਕੁਐਸ਼ ਕਰਤਾ, ਵੀ ਕੈਨ ਨਾਟ ਐਂਟਰ ਇਨਟੂ देयर ਰਿਅਲ। ਲੇਕਿਨ
ਬੀਜੇਪੀ ਵਰਗੀ ਦੋਗਲੀ ਰਾਜਨੀਤੀ ਕਰਨ ਵਾਲੀ ਪਾਰਟੀ ਭੁੱਲ ਗਈ ਹੈ ਹਿੰਦੁਸਤਾਨ 'ਚ ਕਿੱਥੇ ਕਿੱਥੇ ਬੇਅਦਬੀ ਹੁੰਦੀ ਰਹੀ ਹੈ ਤੇ ਇਹਨਾਂ ਦੇ ਆਪਦੇ ਲੀਡਰਸ ਇਨਵੋਲਵਡ ਰਹੇ ਆ। ਏਡੀਆਰ ਦੀ ਰਿਪੋਰਟ ਕਹਿੰਦੀ ਹੈ ਕਿ ਇਹਨਾਂ ਦੇ ਮੈਕਸਿਮਮ ਐਮਪੀਜ਼ ਐਮਐਲਏਸ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈ, ਉਹਨਾਂ ਦਾ ਯੋਗਦਾਨ ਰਿਹਾ ਇਸ ਚੀਜ਼ਾਂ ਦੇ ਵਿੱਚ। ਬੀਜੇਪੀ ਨੇ ਤਾਂ ਮੂੰਹ ਫੇਰਿਆ, ਉਹਨਾਂ ਤੇ ਐਕਸ਼ਨ ਹੀ ਨਹੀਂ ਕੋਈ ਲਿਆ। ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ, ਅਕਾਲੀ ਦਲ ਕਿਉਂ ਵਾਈਟ ਲੌਸਟ ਪੰਜਾਬ? ਬਿਕੋਜ਼ ਉਹਨਾਂ ਨੇ ਸੈਕਰੀਲੇਜ ਇਸ਼ੂ ਦੇ ਵਿੱਚ, ਬੇਅਦਬੀ ਇਸ਼ੂ ਦੇ ਵਿੱਚ ਕੀਤਾ ਹੀ ਕੁਝ ਨਹੀਂ। ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਜਿਹੜੇ ਸੈਕਰੀਲੇਜ ਇਨਸੀਡੈਂਟਸ ਹੋਏ, ਬੇਅਦਬੀ ਇਨਸੀਡੈਂਟਸ ਹੋਏ, ਕਾਂਡ ਹੋਏ, ਉਹਨਾਂ ਨੂੰ ਦੇ ਵਰ ਬ੍ਰਸ਼ਡ ਅੰਡਰ ਦ ਕਾਰਪੇਟ ਬਿਕੋਜ਼ ਆਮ ਆਦਮੀ ਪਾਰਟੀ ਕੋਲੇ ਕੋਈ ਚੀਜ਼ ਕਰਨ ਨੂੰ, ਦਿਖਾਉਣ ਨੂੰ ਸੀਗੀ ਨਹੀਂ ਜਿਹੜੀ ਕੀਤੀ ਹੋਵੇ ਉਹਨਾਂ ਦੇ ਖਿਲਾਫ। ਸੋ ਦੇਅਰਫੋਰ ਕਾਂਗਰਸ ਪਾਰਟੀ ਨੇ ਲਾਸਟ ਟਾਈਮ ਜਦੋਂ ਬੇਅਦਬੀ ਹੋਈ ਦਰਬਾਰ ਸਾਹਿਬ ਦੇ ਵਿੱਚ, ਅਸੀਂ ਸਿੱਟ ਬਣਾਈ, ਇਨ ਟਾਈਮ ਬਣਾਈ, ਉਹਨੂੰ ਅਸੀਂ ਵਿਦਨ ਅ ਡੇ ਅਸੀਂ ਇੱਕ ਪੈਨਲ ਕਨਸਟੀਟਿਊਟ ਕੀਤਾ ਸੀਗਾ, ਅਸੀਂ 2 ਦਿਨ ਟਾਈਮ ਆਊਟ ਕੀਤੀ ਸੀ ਇਨਕੁਆਇਰੀ। ਨਾ ਆਬਵੀਅਸ ਜੀ ਗੱਲ ਹੈ, ਸਰਕਾਰ ਜੋ ਉਹਦੇ ਹੱਥ 'ਚ ਪਾਵਰ ਹੈ ਉਹ ਅਸੀਂ ਕੀਤਾ। ਉਹ ਤੋਂ ਬਾਅਦ ਸਿੱਟ ਦੀ ਜ਼ਿੰਮੇਵਾਰੀ ਹੈ, ਸਿੱਟ ਦੀ ਰਿਸਪੌਂਸਿਬਿਲਿਟੀ ਹੈ, ਇਟਸ ਇਨ देयर हैंड। ਬੀਜੇਪੀ ਨੂੰ ਤਾਂ ਚੀਜ਼ ਨਹੀਂ ਆਉਂਦੀ ਬਿਕੋਜ਼ ਬੀਜੇਪੀ ਦੀ ਸ਼ੁਰੂ ਤੋਂ ਆਦਤ ਰਹੀ ਹੈ ਟੂ ਇੰਟਰਫੇਅਰ ਇਨਟੂ ਦ ਰਿਅਲਮਸ ਐਂਡ ਡੋਮੇਨਸ ਆਫ ਅਦਰ ਪਾਰਟੀਜ਼। ਸੋ ਬੀਜੇਪੀ ਦੀ ਆਦਤ ਹੈ, ਸਾਨੂੰ ਨਾ ਉਵੇਂ ਸਮਝਣ। ਠੀਕ ਹੈ, ਹਾਂਜੀ ਅਸ਼ੋਕ ਜੀ। ਸਿੱਟ ਕੀ ਦੀ ਰਿਜ਼ਲਟ ਕੀ ਆਇਆ? ਪਰ ਤੁਹਾਡੇ ਤੇ ਕਈ ਸਟੇਟਸ ਵਿੱਚ ਤੁਹਾਡੇ ਆਪਣੇ ਸਿਆਸਤਦਾਨ ਵੀ ਇਨਵੋਲਵਡ ਰਹੇ ਨੇ। ਕਿੱਥੇ ਨੇ ਅੱਜ ਜਿਹੜੇ ਮੁਲਜ਼ਮ ਸੀ? ਕਿੱਥੇ ਨੇ? ਕੌਣ? ਮੈਂ ਕਿਹਾ ਜੀ ਨੇ ਪਹਿਲਾਂ ਵੀ ਸੀਗੇ, ਅਸੀਂ ਮੁਲਜ਼ਮ ਨੈਬ ਕੀਤੇ ਕਿ ਨਹੀਂ? ਮੁਲਜ਼ਮ ਫੜੇ ਗਏ ਹੈ ਕਿ ਨਹੀਂ? ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਕਿਹੜਾ ਮੁਲਜ਼ਮ ਫੜਿਆ ਤੁਸੀਂ? ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ, ਕਾਨੂੰਨ ਸਖਤੀ ਨੇ ਕੀਤਾ, ਕਾਂਗਰਸ ਨੇ ਕੀਤਾ। ਪੁਲਿਸ ਹਾਲਾਂਕਿ ਕਿਹੜਾ ਕਾਨੂੰਨ ਸਖਤ ਕੀਤਾ? ਬੈਂਕ ਡਕੈਤੀ ਤਾਂ ਹੋ ਰਹੀ ਹੈ, ਬੰਬ ਕਾਂਡ ਤਾਂ ਹੋ ਰਿਹਾ ਹੈ, ਹਰ ਰੋਜ਼ ਗੋਲੀ ਤਾਂ ਚੱਲ ਰਹੀ ਹੈ। ਦੇਖੋ ਕੱਲੀ ਮਹਿਲਾ ਸੜਕ ਤੇ ਜਾ ਨਹੀਂ ਸਕਦੀ, ਵਪਾਰੀ ਪੈਸੇ ਲੈ ਕੇ ਸੜਕ ਤੇ ਆ ਨਹੀਂ ਸਕਦਾ। ਕਿਹੜਾ ਕਾਨੂੰਨ ਹੈ? ਓਕੇ, ਚਲੋ ਇਹ ਮਡ ਸਲਿੰਗਿੰਗ ਦਾ ਕੋਈ ਫਾਇਦਾ ਨਹੀਂ। ਸ਼੍ਰੋਮਣੀ ਅਕਾਲੀ ਦਲ ਤੋਂ ਜਗਬੀਰ ਜੀ, ਹੁਣ ਮੇਰੀ ਆਵਾਜ਼ ਜੇ ਸੁਣ ਪਾ ਰਹੇ ਹੋ ਤਾਂ ਤੁਸੀਂ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ। ਤੁਹਾਡੇ ਤੇ ਵੀ ਬਹੁਤ ਇਲਜ਼ਾਮ ਲਾਏ ਜਾ ਰਹੇ ਨੇ ਕਿ 2015 ਤੋਂ ਬਾਅਦ ਜਦੋਂ ਤੁਹਾਡੀ ਸਰਕਾਰ ਸੀ 17 ਤੱਕ, ਉਦੋਂ ਵੀ ਇਹ ਬਹੁਤ ਇਹੋ ਜਿਹੇ ਇਨਸੀਡੈਂਟਸ ਹੋਏ। ਜੋ ਪੰਜਾਬ ਦੇ ਵਿੱਚ ਵੱਖ-ਵੱਖ ਧਰਮ ਸਥਾਨਾਂ ਦੇ, ਸਾਡੇ ਧਰਮ ਗ੍ਰੰਥਾਂ ਦੇ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਣਾ ਸ਼ੁਰੂ ਹੋਇਆ। ਅੱਜ ਇਹਦੀ ਤਾਜ਼ੀ ਘਟਨਾ ਪਟਿਆਲੇ ਮੰਦਿਰ ਵਿਖੇ ਹੋਈ, ਕੱਲ੍ਹ ਹੀ ਤਰਨਤਾਰਨ ਹੋਈ ਸੀ। ਉਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਸਾਡੇ ਪਵਿੱਤਰ ਕੇਂਦਰੀ ਸਥਾਨ ਦੇ ਉੱਤੇ। ਔਰ ਮੈਂ ਸਮਝਦਾ ਕਿ ਪੰਜਾਬ ਨੂੰ ਬਲਦੀ ਭੱਠੀ 'ਚ ਝੋਕਣ ਦੀਆਂ ਘਟਨਾਵਾਂ ਨੇ। ਮੈਂ ਨਿਮਰਤਾ ਤੇ ਸਤਿਕਾਰ ਸਹਿਤ ਸਾਰੇ ਸਾਡੇ ਪੈਨਲਿਸਟ ਨੂੰ, ਸਾਰੇ ਸਾਡੇ ਸੁਣਨ ਵੇਖਣ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੀ ਜੇ ਅਸੀਂ ਜੜ੍ਹਾਂ 'ਚ ਜਾਈਏ, ਕੋਈ ਸ਼ੱਕ ਨਹੀਂ, ਇਹ ਗੱਲ ਅਕਸਰ ਹੀ ਕਹੀ ਜਾਂਦੀ ਹੈ ਕਿ ਜੀ ਅਕਾਲੀ ਦਲ ਦੀ ਸਰਕਾਰ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕੀਤੀ ਗਈ। ਔਰ ਅਸੀਂ ਉਹਦੇ 'ਚ ਇੱਕ ਗੱਲ ਨੂੰ ਭੁੱਲ ਰਹੇ ਹਾਂ ਕਿ ਉਸ ਇੱਕ ਘਟਨਾ ਨੂੰ ਲੈ ਕੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਔਰ ਆਪਣਾ ਰਾਜਸੀ ਲਾਹਾ ਲੈਣ ਦੇ ਲਈ, ਚਾਹੇ ਸਾਡੇ ਆਮ ਆਦਮੀ ਪਾਰਟੀ ਵਾਲੇ ਦਿੱਲੀ ਵਾਲੇ ਨੇ, ਚਾਹੇ ਕਾਂਗਰਸ ਵਾਲੇ ਨੇ ਜਾਂ ਹੋਰ ਪਾਰਟੀਆਂ ਵਾਲੇ ਆ, ਇਹਨਾਂ ਨੇ ਉਹਨੂੰ ਬੇਅਦਬੀ ਕਹਿ ਕੇ ਇੱਕ ਰਾਜਸੀ ਲਾਹਾ ਲੈਣ ਦਾ ਟੂਲ ਬਣਾਇਆ। ਮੈਂ ਇਹਦੇ ਨਾਲ ਇੱਕ ਬੇਨਤੀ ਹੋਰ ਕਰਦੇ ਹਾਂ। ਸਾਲ ਭਰ ਦੇ ਕਰੀਬ ਕਿਸਾਨ ਅੰਦੋਲਨ ਦਿੱਲੀ ਵਿੱਚ ਚੱਲਿਆ। ਕਿਸਾਨਾਂ ਨੇ 26 ਜਨਵਰੀ ਦਾ ਪਰੇਡ ਦਾ ਪ੍ਰੋਗਰਾਮ ਬਣਾਇਆ ਔਰ ਕਿਸ ਤਰੀਕੇ ਨਾਲ ਟਵਿੱਟਰ ਤੇ ਟੂਲ ਕਿਟਸ ਬਣਾ ਕੇ ਉਸ ਮੂਵਮੈਂਟ ਨੂੰ, ਖਾਲਿਸਤਾਨ ਦੀ ਮੂਵਮੈਂਟ ਨੂੰ ਜੋੜਨ ਦਾ ਯਤਨ ਕੀਤਾ ਗਿਆ। ਕਿਹਨਾਂ ਲੋਕਾਂ ਨੇ ਉਹਨੂੰ ਪ੍ਰਮੋਟ ਕੀਤਾ? ਇਹ ਅਸੀਂ ਆਪਣੇ ਦੇਸ਼ ਨੂੰ ਕਿਉਂ ਅਸੀਂ ਆਪਣੀ ਕਮਿਊਨਲ ਇੱਕ ਵਾਰ ਵੱਲ ਧੱਕਣ ਦਾ ਯਤਨ ਕਰ ਰਹੇ ਹਾਂ? ਅਸੀਂ ਨਿੰਦ ਜਿਹਨੂੰ ਮਰਜ਼ੀ ਲਈਏ। ਹੁਣ ਤਾਂ ਗੱਲ ਇਹ ਹੋ ਗਈ ਕਿ ਜੇ ਤਾਂ ਮੇਰੇ ਪੁੱਤ ਨੇ ਗਲਤੀ ਕੀਤੀ ਆ ਤਾਂ ਨਹੀਂ ਪੁੱਤ ਕੋਈ ਗੱਲ ਨਹੀਂ, ਨਿਆਣਾ ਸੀ ਕਰ ਗਿਆ ਤਾਂ ਕੀ ਹੋ ਗਿਆ। ਪਰ ਜੇ ਦੂਸਰੇ ਦੇ ਪੁੱਤ ਨੇ ਗਲਤੀ ਕੀਤੀ ਫਿਰ ਅਸੀਂ ਥਾਣੇ ਤੱਕ ਜਾਂਦੇ ਹਾਂ ਕਿ ਅਸੀਂ ਇਹਨੂੰ ਅੰਦਰ ਕਰਾਉਣ ਜਾਵਾਂਗੇ। ਇਸ ਕਰਕੇ ਇਹ ਬੇਅਦਬੀ ਦੀਆਂ ਘਟਨਾਵਾਂ, ਇਹਨੂੰ ਕਿਸੇ ਸਾਜ਼ਿਸ਼ ਨਾਲ ਜੋੜ ਕੇ ਦੇਖਿਆ ਜਾਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਇਹ ਹੈ ਕਿ ਇਹਨਾਂ ਦੇ ਵਾਪਰਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਹਦੇ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਵਕਤੀ ਤੌਰ ਤੇ ਲਾਹਾ ਲੈਣ ਦਾ ਯਤਨ ਕਰਨ ਲੱਗ ਗਈਆਂ। ਜੇਕਰ ਉਦੋਂ ਉਸ ਵੇਲੇ ਦੀਆਂ ਘਟਨਾਵਾਂ ਤੋਂ ਸਿਆਸੀ ਲਾਹਾ ਨਾ ਲੈ ਕੇ ਉਹਦੀ ਤਹਿ ਤੱਕ ਜਾ ਕੇ ਉਹਦਾ ਹੱਲ ਕੀਤਾ ਗਿਆ ਹੁੰਦਾ, ਕਿਸੇ ਇੱਕ ਪਰਟੀਕੂਲਰ ਪਾਰਟੀ ਨੂੰ ਬਦਨਾਮ ਨਾ ਕੀਤਾ ਗਿਆ ਹੁੰਦਾ, ਉਦੋਂ ਤਾਂ ਜ਼ਰੂਰ ਅਸੀਂ ਸੜਕਾਂ ਤੇ ਧਰਨੇ ਲਾਏ, ਸਾਰਾ ਕੁਝ ਕੀਤਾ। ਤੇ ਜਦੋਂ ਹੁਣ ਇਸ ਕਾਂਗਰਸ ਰਾਜ ਧਰਨ ਆਪਣੀਆਂ ਇਹ ਬੇਅਦਬੀਆਂ ਹੋਈਆਂ ਨੇ,
ਔਰ ਵੱਡੀ ਘਟਨਾ ਵਾਪਰੀ ਆ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਆ ਅੱਜ। ਆਮ ਆਦਮੀ ਪਾਰਟੀ ਤੋਂ ਰਾਜਨ ਜੀ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਤੁਹਾਡੇ ਜਿੰਨੇ ਵੀ ਦਿੱਲੀ 'ਚ ਇਹੋ ਜਿਹੇ ਇਨਸੀਡੈਂਟਸ ਹੋਏ ਯੂ ਹੈਵ ਬ੍ਰਸ਼ਡ ਇਟ ਅੰਡਰ ਦਾ ਕਾਰਪੇਟ, ਯਾਨੀ ਕਿ ਤੁਸੀਂ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਬਾਰੇ ਕੁਝ ਨਹੀਂ ਕੀਤਾ। ਨਹੀਂ ਬਿਲਕੁਲ ਜੀ ਬਿਲਕੁਲ। ਮੈਂ ਕਹਿਣਾ ਚਾਹੁੰਦਾ ਕਾਂਗਰਸ ਤੇ ਬੀਜੇਪੀ ਨੂੰ ਜੋ ਝੂਠ ਤੇ ਝੂਠ ਬੋਲ ਰਹੇ ਆ, ਪਹਿਲੀ ਗੱਲ ਤਾਂ ਇਹ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਕੋਲ ਕੋਈ ਲਾਅ ਐਂਡ ਆਰਡਰ ਨਹੀਂ ਹੈਗਾ, ਪੁਲਿਸ ਸਾਰੀ ਮੋਦੀ ਕੋਲ ਹੈ। ਜੇ ਦਿੱਲੀ ਵਿੱਚ ਲਾਅ ਐਂਡ ਆਰਡਰ ਅਰਵਿੰਦ ਕੇਜਰੀਵਾਲ ਜੀ ਕੋਲ ਹੋਣ, ਉਹ ਤਾਂ 2 ਦਿਨਾਂ 'ਚ ਫੜ ਕੇ ਅੰਦਰ ਕਰ ਦੇਣ ਤੇ ਇਹੋ ਜਿਹਾ ਲਾਅ ਐਂਡ ਆਰਡਰ ਕ੍ਰੀਏਟ ਕਰਨ ਕਿ ਦਿੱਲੀ ਦੇ ਵਿੱਚ ਗਲਤ ਜਿਹੜੇ ਅਨਸਰ ਆ ਉਹ ਉੱਥੇ ਨਾ ਭਟਕ ਸਕਣ। ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ, ਜੇ ਇਹ ਕਹਿੰਦੇ ਆ ਵੀ ਕਿਸ ਨੇ ਕੀਤਾ, ਕੌਣ ਜ਼ਿੰਮੇਵਾਰ, ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ 2015 ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਸ਼ੁਰੂ ਹੋਈ, ਹੁਣ ਕਾਂਗਰਸ ਦੀ ਹੈ। ਇਹ ਕਹਿੰਦੇ ਆ ਕਿ ਇਲੈਕਸ਼ਨ ਕਮਿਸ਼ਨ ਦਾ ਹੁਣ ਰਾਜ ਆ ਗਿਆ। ਮੇਰੇ ਕਾਂਗਰਸ ਦੇ ਵੀਰ ਕਹਿ ਰਹੇ ਆ ਜਦੋਂ ਅੰਮ੍ਰਿਤਸਰ ਬੇਅਦਬੀ ਹੋਈ ਸੀ, ਲੁਧਿਆਣੇ ਬਲਾਸਟ ਹੋਇਆ, ਉਦੋਂ ਕਿਹਦਾ ਰਾਜ ਸੀ? ਉਦੋਂ ਲਾਅ ਐਂਡ ਆਰਡਰ ਕਿਹਦੇ ਕੋਲ ਸੀ? ਕਾਂਗਰਸ ਕੋਲੇ ਸੀ। ਕਿਉਂ ਨਹੀਂ ਬੰਦੇ ਫੜੇ ਗਏ? ਕਿਉਂ ਨਹੀਂ ਐਕਸ਼ਨ ਹੋਇਆ? ਜਦੋਂ ਕਿਤੇ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਕੋਈ ਗੱਲ ਹੁੰਦੀ ਹੈ, ਉਹਨਾਂ ਦੀ ਵਾਈਫ ਦੇ ਅਕਾਊਂਟ 'ਚ ਕੋਈ ਪੈਸੇ ਪੂਸੇ ਕੱਢੇ ਜਾਂਦੇ ਤਾਂ ਮਿੰਟਾਂ 'ਚ ਬੰਦੇ ਫੜੇ ਜਾਂਦੇ ਆ। ਜਦੋਂ ਆਪਾਂ ਬਾਗੇ ਪੁਰਾਣੇ ਪੁਲਿਸ ਆਫੀਸਰਸ ਨੂੰ ਗੈਂਗਸਟਰ ਮਾਰ ਕੇ ਜਾਂਦੇ ਆ ਤਾਂ ਕਲਕੱਤੇ ਤੋਂ 2 ਦਿਨਾਂ 'ਚ ਗੈਂਗਸਟਰ ਨੂੰ ਮਾਰ ਕੇ ਲਿਆਇਆ ਜਾਂਦਾ ਹੈ। ਇੱਥੋਂ ਪਤਾ ਲੱਗਦਾ ਹੈ ਕਿ ਇਹ ਜਿਹੜੀਆਂ ਸਰਕਾਰਾਂ ਹੈ ਇਹ ਰਾਜਨੀਤੀ ਕਰਦੀਆਂ ਇਲੈਕਸ਼ਨਾਂ ਕੋਲ ਆ ਕੇ, ਇਸੇ ਲਈ ਕੋਈ ਐਕਸ਼ਨ ਨਹੀਂ ਹੁੰਦਾ ਤੇ ਬੰਦੇ ਨਹੀਂ ਫੜੇ ਜਾਂਦੇ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਕੋਲ, ਰਾਜਨ ਜੀ, ਆਮ ਆਦਮੀ ਪਾਰਟੀ ਕੋਲ ਕੋਈ ਸਪੈਸੀਫਿਕ ਪਲਾਨ ਹੈ ਕਿ ਪੰਜਾਬ ਦਾ ਲਾਅ ਐਂਡ ਆਰਡਰ ਕਿਵੇਂ ਇੰਪਰੂਵ ਹੋ ਸਕਦਾ? ਬਿਲਕੁਲ। ਜੇ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਜਦੋਂ ਬਣਦੀ ਹੈ ਤਾਂ ਆਮ ਆਦਮੀ ਪਾਰਟੀ ਇੱਥੇ ਪ੍ਰਸ਼ਾਸਨ ਵਧੀਆ ਕਰੂਗੀ ਅਤੇ ਆਮ ਆਦਮੀ ਪਾਰਟੀ ਸਰਕਾਰ ਹੋਣ ਤੇ ਪੂਰਾ ਜਿਹੜਾ ਹੈਗਾ ਆਪਣਾ ਮਾਹੌਲ ਹੈ ਉਹ ਸ਼ਾਂਤੀਪੂਰਨ ਰਹੂਗਾ, ਅਮਨ ਰਹੂਗਾ। ਕਿਉਂਕਿ ਜਿਹੜਾ ਸਿਸਟਮ ਹੈ ਉਹਨੂੰ ਅਸੀਂ ਵਧੀਆ ਢੰਗ ਨਾਲ ਚਲਾਵਾਂਗੇ। ਜਿਹੜੇ ਸਾਡੇ ਪੁਲਿਸ ਆਫੀਸਰਸ ਹੋਣਗੇ ਪੰਜਾਬ ਪੁਲਿਸ ਦੇ, ਉਹ ਇੱਕ ਇਮਾਨਦਾਰੀ ਨਾਲ ਡਿਊਟੀ ਕਰਨਗੇ। ਜਿਹੜੇ ਇਹਨਾਂ ਦੇ ਲੀਡਰ ਉਹਨਾਂ ਨੂੰ ਇਮਾਨਦਾਰੀ ਨਾਲ ਡਿਊਟੀ ਨਹੀਂ ਕਰਨ ਦਿੰਦੇਗੇ, ਇਹਨਾਂ ਦੇ ਲੀਡਰ ਹੀ ਉਹਨਾਂ ਦੇ ਪ੍ਰੈਸ਼ਰਾਈਜ਼ ਕਰਦੇ ਗਲਤ ਕੰਮਾਂ ਦੇ ਲਈ ਅਤੇ ਗਲਤ ਫੈਸਲੇ ਕਰਾਉਣ ਦੇ ਲਈ। ਜਦੋਂ ਇੱਕ ਚੰਗੇ ਲੀਡਰ ਹੋਣਗੇ, ਚੰਗੇ ਮੰਤਰੀ ਹੋਣਗੇ, ਚੰਗਾ ਮੁੱਖ ਮੰਤਰੀ ਹੋਊਗਾ ਤਾਂ ਉਹਨਾਂ ਨੂੰ ਵੀ ਇੱਕ ਚੰਗਾ ਪ੍ਰਸ਼ਾਸਨ ਚਲਾਉਣ ਦੇ ਲਈ ਟਾਈਮ ਮਿਲੂਗਾ, ਮੌਕਾ ਮਿਲੂਗਾ। ਨਹੀਂ ਤਾਂ ਉਹ ਵੀ ਇੱਕ ਇਨਸਾਨ ਹੈ ਜੋ ਪੁਲਿਸ ਆਫੀਸਰ ਹੁੰਦੇ ਆ, ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਗਲਤ ਫੈਸਲੇ ਕਰਾਉਣ ਦੇ ਲਈ। ਤਾਂ ਆਮ ਆਦਮੀ ਪਾਰਟੀ ਜਦੋਂ ਆਊਗੀ ਪੰਜਾਬ ਦੇ ਵਿੱਚ ਤਾਂ ਇੱਥੇ ਧਰਮਾਂ ਦੀ ਬੇਅਦਬੀ ਨਹੀਂ ਹੋਊਗੀ। ਹਰ ਇੱਕ ਧਰਮ ਨੂੰ ਸਨਮਾਨ ਦਿੱਤਾ ਜਾਊਗਾ, ਚਾਹੇ ਹਿੰਦੂ ਧਰਮ ਹੈ, ਸਿੱਖ ਧਰਮ ਹੈ, ਮੁਸਲਮਾਨ ਧਰਮ ਹੈ। ਠੀਕ ਹੈ। ਜੰਗਵੀਰ ਚੌਹਾਨ ਜੀ, ਇੱਕ ਵਾਰ ਫੇਰ ਤੁਹਾਡੇ ਕੋਲ ਆਉਣਾ ਹੈ। ਐਸਐਸਐਮ ਦੀ ਸਰਕਾਰ ਜੇ ਬਣਦੀ ਹੈ ਤਾਂ ਕੀ ਸਪੈਸੀਫਿਕ ਪਲਾਨ ਹੈ? ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ ਦੀ ਕਿਵੇਂ ਇੰਪਰੂਵ ਕਰ ਸਕਦੇ ਹਾਂ? ਬੇਅਦਬੀਆਂ ਵਰਗੇ ਇਨਸੀਡੈਂਟ ਕਿਸੇ ਵੀ ਧਰਮ ਦੇ ਹੋਣ, ਉਹਨੂੰ ਰੋਕਣ ਲਈ ਅਸੀਂ ਕੀ ਕਰਾਂਗੇ? ਦੇਖੋ, ਪਹਿਲਾਂ ਤਾਂ ਜਿਹੜੀ ਆ ਕਰਪਸ਼ਨ ਦੂਰ ਕਰਨੀ ਪਊਗੀ। ਔਰ ਜਿਹੜੇ ਅਫਸਰ ਸਾਡੇ ਹੈ, ਚਾਹੇ ਆਪਾਂ ਥਾਣਿਆਂ 'ਚ ਚੱਲ ਜਾਈਏ, ਚਾਹੇ ਆਪਾਂ ਹੋਰ ਕਿਸੇ ਸਰਕਾਰੀ ਦਰਬਾਰੇ ਚੱਲ ਜਾਈਏ, ਪਰ ਉਹਨਾਂ ਤੇ ਸਰਕਾਰਾਂ ਦਾ ਦਬਾਅ ਹੀ ਇੰਨਾ ਹੁੰਦਾ ਆ। ਜੋ ਸਰਕਾਰ ਨੇ ਕਹਿਣਾ ਉਹ ਕਰਨਾ ਉਹਨਾਂ ਨੇ। ਪਰ ਜੇ ਉਹਨਾਂ ਨੂੰ ਫ੍ਰੀ ਹੈਂਡ ਛੱਡ ਦਿੱਤਾ ਜਾਵੇ ਕਿ ਜੋ ਸਹੀ ਦਾ ਸਹੀ ਤੇ ਗਲਤ ਨੂੰ ਗਲਤ, ਤੁਸੀਂ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਵੈਰੀਫਾਈ ਕਰੋ ਜਿਹੜਾ ਵੀ ਕੇਸ ਤੁਹਾਡੇ ਕੋਲ ਆਉਂਦਾ ਆ। ਤੇ ਜਦੋਂ ਝੂਠ ਦਾ ਝੂਠ ਤੇ ਸੱਚ ਦਾ ਸੱਚ ਸਾਹਮਣੇ ਆਊਗਾ ਤਾਂ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਜਿਹੜੀ ਹੈ ਬਿਲਕੁਲ ਸਹੀ ਹੋ ਜਾਊਗੀ। ਔਰ ਕਰਪਸ਼ਨ ਖਤਮ ਕਰ ਲਈਏ ਆਪਾਂ। ਪੰਜਾਬ ਦੇ ਵਿੱਚ ਕਰਪਸ਼ਨ ਖਤਮ ਕਰਨ ਦਾ ਜ਼ਿਆਦਾ ਮੇਰੇ ਹਿਸਾਬ ਨਾਲ ਲੋੜ ਆ। ਅੱਜ ਕਿਸੇ ਵੀ ਸਰਕਾਰੀ ਦਰਬਾਰੇ ਚੱਲ ਜਾਈਏ, ਸਾਰੇ ਜਿੰਨੇ ਵੀ ਅਫਸਰ ਆ ਉਹਨਾਂ ਨੇ ਮੂੰਹ ਅੱਡੇ ਹੋਏ ਆ। ਕੋਈ ਵੀ ਸਿਫਾਰਿਸ਼ ਤੋਂ ਬਗੈਰ ਕੰਮ ਨਹੀਂ ਹੁੰਦਾ ਕਿਤੇ ਵੀ। ਮੈਂ ਕਹਿੰਦਾ, ਅਸੀਂ ਵੀਡੀਓ ਦਫ਼ਤਰ ਚਲ ਗਏ ਇੱਕ ਦਿਨ। ਮੈਂ ਮੌਜੂਦਾ ਪਿੰਡ ਦੇ ਸਰਪੰਚ ਆ ਔਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਈ ਮੇਰੇ ਪਿੰਡ ਨੂੰ ਵੀ ਗ੍ਰਾਂਟ ਦੇ ਦਿੱਤੀ ਜਾਵੇ। ਔਰ ਉਹਨਾਂ ਨੇ ਕਿਹਾ ਜੀ ਐਮਐਲਏ ਸਾਹਿਬ ਤੋਂ ਤੁਸੀਂ ਇੱਕ ਵਾਰ ਗ੍ਰਾਂਟ ਤੁਹਾਡੇ ਪਿੰਡ ਨੂੰ ਦਵਾ ਦਿੰਦੇ ਆ। ਚਲੋ, ਵੀਡੀਓ ਜਿਹੜਾ ਸਾਡੇ ਹਲਕੇ ਦਾ ਵੀਡੀਓ ਆ, ਵੀਡੀਓ ਸਾਹਿਬ ਨੂੰ ਅਸੀਂ ਜਾਣਾ ਹੁੰਦਾ ਸਰਪੰਚਾਂ ਨੇ, ਔਰ ਵੀਡੀਓ ਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਐਮਐਲਏ ਸਾਹਿਬ ਨਾਲ ਗੱਲ ਕਰੋ। ਫਿਰ ਇਹਦਾ ਮਤਲਬ ਵੀ ਸਾਰਾ ਕੁਝ ਐਮਐਲਏ ਚਲਾਊਗਾ, ਸਰਕਾਰ ਤਾਂ ਕਿਤੇ ਰਹਿ ਹੀ ਨਹੀਂ ਗਈ। ਇਹ ਸਾਰਾ ਕੁਝ ਜਿਹੜਾ ਆ ਇਹ ਹਲਕਾ ਵਿਧਾਇਕਾਂ ਨੇ ਤਾਂ ਜਿਹੜੀ ਵੀ ਸਰਕਾਰ ਬਣਦੀ ਹੈ ਉਹਦੇ ਅੰਡਰ ਹੀ ਹੁੰਦਾ ਆ ਤੇ ਉਹਨਾਂ ਦੇ ਦਬਾਅ ਹੇਠ ਹੀ ਸਾਰਾ ਕੁਝ ਹੁੰਦਾ ਆ। ਜਿੰਨੀਆਂ ਵੀ ਸਰਕਾਰਾਂ ਪਹਿਲਾਂ ਆਈਆਂ, ਕਿਉਂ ਨਹੀਂ ਇਹਨਾਂ ਬੇਅਦਬੀ ਦਾ ਅੱਜ ਤੱਕ ਇਨਸਾਫ ਮਿਲਿਆ? ਇਸੇ ਕਰਕੇ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਕਿਉਂਕਿ ਦਬਾਅ ਹੇਠ ਜਿਹੜੇ ਆ ਸਾਡਾ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਹੈ। ਇਸ ਕਰਕੇ ਫ੍ਰੀ ਹੈਂਡ ਕਰਨ ਦੀ ਲੋੜ ਹੈ। ਸਰ ਜੀ, ਮੇਰਾ ਜਵਾਬ ਲਿਓ ਜੀ। ਅਰਸ਼ਪ੍ਰੀਤ ਜੀ, ਮੈਨੂੰ ਇਹ ਵੀ ਦੱਸਿਓ, ਤੁਸੀਂ ਬਾਰ-ਬਾਰ ਇਹ ਕਹਿ ਰਹੇ ਹੋ ਕਿ ਜੇ ਦੁਬਾਰਾ ਸਰਕਾਰ ਆਈ ਤਾਂ ਅਸੀਂ ਇਹ ਨਹੀਂ ਹੋਣ ਦੇਵਾਂਗੇ, ਅਸੀਂ ਲਾਅ ਲੈ ਕੇ ਆਏ ਹਾਂ, ਬਟ ਜੋ ਹੁਣ ਤੱਕ ਮਾਹੌਲ ਰਿਹਾ ਹੈ, ਤੁਸੀਂ ਜੇ ਉਹਨੂੰ ਗੱਲ ਕਰੋਗੇ, ਤੁਸੀਂ ਜਨਤਾ ਨੂੰ ਇਹ ਭਰੋਸਾ ਦਿਵਾਓਗੇ ਕਿ ਅਗਲੀ ਵਾਰ ਕੁਝ ਵੀ ਬਦਲ ਜਾਏਗਾ? ਨੰਬਰ 1, ਸਾਹਿਰ ਜੀ, ਹੁਣ ਤੁਸੀਂ ਸਟੈਟਸ ਚੱਕ ਲਓ, ਪੂਰੇ ਹਿੰਦੁਸਤਾਨ ਦੇ ਸਟੈਟਸ ਚੱਕ ਲਓ ਤੇ ਦੇਖੋ ਕਿ ਪੰਜਾਬ ਦੇ ਵਿੱਚ ਕਿੰਨੇ ਇਨਸੀਡੈਂਟਸ ਹੋਇਆ। ਹੈਂਡਫੁਲ ਆਫ ਇਨਸੀਡੈਂਟਸ, ਉਹ ਵੀ ਜਸਟ ਬਿਫੋਰ ਦੀ ਇਲੈਕਸ਼ਨ, ਜਦੋਂ ਮਾਡਲ ਕੋਡ ਆਫ ਕੰਡਕਟ ਲੱਗ ਜਾਂਦਾ ਤੇ ਉਦੋਂ ਜਸਟ ਬਿਫੋਰ। ਇਹ ਲਾਸਟ ਟਾਈਮ ਵੀ ਹੋਇਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਵਾਸ ਇਨ ਪਾਵਰ, ਤੇ ਨਾਲੇ ਇਹ ਤੋਂ 10 ਗੁਣਾ ਜ਼ਿਆਦਾ ਹੋਇਆ ਸੀਗਾ।
however ਅੱਜ ਦੇ stats ਚੱਕ ਕੇ ਦੇਖ ਲਓ and compare it with any other state Okay. of India. ਅਸ਼ਪ੍ਰੀਤ What ਜੀ you will ਆਈ ਹੈਵ ਮਾਈ find ਸਟੈਟਸ is- ਰੈਡੀ ਪਲੀਜ਼ ਸੁਣਦਾ ਸੁਣੋ ਲਓ ਮੇਰੀ ਗੱਲ kindly, ਮੇਰੇ ਕੋਲ kindly ਸਟੈਟਸ ਸੁਣੋ ਰੈਡੀ ਨੇ ਸਾਹਿਬ ਜੀ, 2018 ਤੋਂ 20 ਦੇ ਵਿੱਚ ਦੇਸ਼ ਦੇ ਜਿੰਨੇ ਸੈਕਰੀਲੇਜ ਕੇਸਿਸ ਆਏ ਨੇ ਪੰਜਾਬ ਹੈਜ਼ ਦਾ ਹਾਈਐਸਟ ਪਲੀਜ਼ ਆਨਸਰ ਦਾ ਸਟੈਟਸ ਕਿਹੜੀ ਰਿਪੋਰਟ ਹੈ ਮੈਨੂੰ ਸੋਰਸ ਦੱਸੋ। ਇਹ ਐਨਸੀਆਰਬੀ ਦੀ ਰਿਪੋਰਟ ਹੈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ 2018 19 ਤੇ 20 ਦਾ ਡਾਟਾ ਹੈ ਪਲੀਜ਼ ਆਨਸਰ ਅਸ਼ਪ੍ਰੀਤ ਜੀ I beg your pardon, I beg to differ. ਪਹਿਲੀ ਗੱਲ ਤਾਂ NCRB ਦੇ ਰਿਕਾਰਡਸ ਜਿਹੜੇ ਆ they come by center can manipulate them, center can amend them, ਦੇਖੋ, etc. ਜੇ ਇਹਨਾਂ ਨੂੰ education- ਅਸ਼ੋਕ ਜੀ, ਇੱਕ ਮਿੰਟ ਰੁਕੇ, ਅਸ਼ਪ੍ਰੀਤ ਜੀ ਨੂੰ complete ਕਰਨ ਦਿਓ, ਤੁਹਾਡੇ ਕੋਲ ਆਉਣਾ ਫਿਰ। ਜਿਹੜੇ ਹੈ ਉਹ ਜਾਰੀ ਨਹੀਂ ਕੀਤੇ, therefore ਇਹ ਕੋਈ ਵੱਡੀ ਗੱਲ ਨਹੀਂ ਉਹ ਬੀਜੇਪੀ ਲਈ ਅਮੈਂਡ ਕਰਨ ਲਈ। ਫੈਕਟ ਆਫ ਦਾ ਮੈਟਰ ਇਹ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਘੱਟ ਬੇਅਦਬੀ ਇਨਸੀਡੈਂਟਸ ਪੰਜਾਬ 'ਚ ਹੋਏ ਆ। ਅਸੀਂ ਮੇਕ ਸ਼ੋਰ ਕੀਤਾ, ਮੈਨੂੰ ਇਹ ਕਹਿੰਦੇ ਲਾਅ ਐਂਡ ਆਰਡਰ ਪਰਫੈਕਟ ਹੈ ਪੰਜਾਬ ਦਾ, ਮੈਨੂੰ ਇਹ ਦੱਸਣ ਇੱਥੇ ਕੋਈ ਆਪਣਾ ਜ਼ਿਆਦਾ ਅਸ਼ਪ੍ਰੀਤ ਜੀ ਹੋਵੇ ਨਾ, ਪਲੀਜ਼ ਕੋਟ ਯੋਰ ਭਾਈ ਸਟੈਟਸ ਭਾਈ ਜਿਹੜੇ ਹੋਵੇ। ਤੁਸੀਂ ਸਟੈਟਿਸਟਿਕਸ ਜਾਂ Kindly ਰਿਪੋਰਟਸ ਸੁਣੋ ਦੀ ਗੱਲ sir ਕਰ ਰਹੇ ਹੋ ਜੀ, ਪਲੀਜ਼ ਕੋਟ ਮੈਨੂੰ- ਦੈਟ ਹਾਂਜੀ ਤੁਸੀਂ ਕਹਿ ਰਹੇ ਹੋ ਇਹ ਸਟੈਟ ਸੈਂਟਰ ਦੇ ਨੇ ਆ ਗਲਤ ਨੇ ਤੁਸੀਂ ਇਹਨੂੰ ਖਾਰਿਜ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਅਕੋਰਡਿੰਗ ਟੂ ਸਟੈਟ ਸਭ ਤੋਂ ਘੱਟ ਨੇ ਪੰਜਾਬ 'ਚ ਤੁਹਾਡੇ ਕਿਹੜੇ ਸਟੈਟਸ ਨੇ ਪਲੀਜ਼ ਕੋਟ ਕਰਿਓ ਮੇਰੇ ਸਟੈਟਸ ਨੇ ADR ਦੇ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ਦੇ। ਦੂਜੀ ਗੱਲ ਠੀਕ ਇਹ ਹੈ। ਹੈ ਕਿ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਣਾ ਚਾਹਣਾ ਕਿ BSF ਜੁਰਿਸਡਿਕਸ਼ਨ ਪੰਜਾਬ ਦੇ ਵਿੱਚ ਵਧਾ ਦਿੱਤੀ ਗਈ ਹੈ। BSF ਐਕਟ 1968 ਦਾ ਸੈਕਸ਼ਨ 139 ਕਲੌਜ਼ 2 ਕਹਿੰਦਾ ਹੈ ਕਿ ਇਫ ਦਿਸ ਇਜ਼ ਟੂ ਬੀ ਡਨ ਸਟੇਟ ਦੀ ਅਗਰੀਮੈਂਟ ਲੈਣੀ ਪੈਂਦੀ ਹੈ, ਅਗਰੀਮੈਂਟ ਲਈ ਨਹੀਂ ਲਈ, ਜੇ ਕਹਿੰਦੇ ਆ ਤੇ ਲਈ ਤੇ ਵੇਅਰਸ ਦ ਪ੍ਰੂਫ ਆਫ ਦੈਟ। ਸੈਕਸ਼ਨ 3 ਕਹਿੰਦਾ ਹੈ ਕਿ ਇਫ ਦਿਸ ਇਜ਼ ਟੂ ਬੀ ਡਨ ਦ ਆਰਡਰ ਹੈਜ਼ ਟੂ ਬੀ ਟੇਬਲਡ ਇਨ ਦ ਪਾਰਲੀਮੈਂਟ। ਹੋਇਆ ਨਹੀਂ ਹੋਇਆ, it has happened for the first time, it's unprecedented ਕਿ ਇਹਨਾਂ ਨੇ ਸਟੇਟ ਨੂੰ ਪੁੱਛਣਾ ਵੀ ਨਹੀਂ ਠੀਕ ਸਮਝਿਆ ਤੇ CRPC ਵੀ ਐਡ ਕਰ ਦਿੱਤੀ ਹੈ। ਮੈਂ ਇੱਕ ਚੀਜ਼ ਪੁੱਛਦਾ ਇਹਨਾਂ ਨੂੰ ਕਿ what about the federal structure, why do we have a federal structure in place? ਜੇ ਤੁਸੀਂ ਇੱਕ ਫੈਡਰਲ ਗਵਰਨਮੈਂਟ ਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਨਹੀਂ ਪੁੱਛਣਾ, ਸਰਕਾਰ ਨੇ ਨਹੀਂ ਪੁੱਛਣਾ, then why do we have a constitution, why do we have elections, ਅਸ਼ੋਕ ਜੀ why ਕੀ do we have ਬੀਜੇਪੀ governments? ਫੈਡਰਲ Then ਸਟਰਕਚਰ let's ਖਰਾਬ not ਕਰ have ਰਹੀ ਹੈ a ਦੇਸ਼ ਦਾ federal structure at all. ਦੇਖੋ- Let's do away with the constitution of India. Okay, ਤੇ ਤੁਹਾਡੇ Ashpreet ji, ਹਿਸਾਬ let ਨਾਲ Ashok ਤਾਂ answer that. Let Ashok ji So answer that. He's from therefore, BJP. ਜੇ BJP ਨੇ BSF jurisdiction ਇਹਨਾਂ- ਪੰਜਾਬ ਦੀ ਵਧਾਈ ਹੈ, ਉੱਚਾ so ਬੋਲਣਾ why- ਅਸ਼ੋਕ ਜੀ, ਸੱਚਾ ਅਸ਼ਪ੍ਰੀਤ ਜੀ ਨਹੀਂ ਨੂੰ ਰਹਿਣਾ, answer ਸਭ ਕਰਨ ਕੁਛ ਦਿਓ। ਗਲਤੀ ਰਹਿਣਾ ਕਾਂਗਰਸ ਦਾ। ਅਸ਼ਪ੍ਰੀਤ ਜੀ ਲੈਟ ਅਸ਼ੋਕ ਜੀ ਆਨਸਰ ਕਾਂਗਰਸ ਪਾਰਟੀ ਕੋਲੇ ਵਧੀ ਪੰਜਾਬ ਚ, ਕਾਂਗਰਸ ਗੁਜਰਾਤ ਦੇ ਪਾਰਟੀ- ਵਿੱਚ ਘਟਾਤੀ, ਵੈਸਟ ਬੰਗਾਲ ਦੇ ਵਿੱਚ ਵਧਾਤੀ, ਜਿੱਥੇ ਆਪਦੀ ਸਰਕਾਰ ਹੋਵੇ ਉੱਥੇ ਅਸ਼ਪ੍ਰੀਤ ਜੀ ਜਵਾਬ ਤਾਂ ਦੇਣ ਦਿਓ ਅਸ਼ੋਕ ਜੀ ਨੂੰ BJP ਤੋਂ ਨੇ ਜਵਾਬ ਤਾਂ ਦੇ ਲੈਣ ਦਿਓ ਸੋ BSF is ਉਹ responsible ਸਵਾਲ ਦਾ ਜਵਾਬ ਨਹੀਂ ਦੇਣਾ ਅਸ਼ਪ੍ਰੀਤ ਜੀ, ਚਾਹੁੰਦੇ, ਜਵਾਬ ਸਵਾਲ ਲੈ ਤੇ ਲਈਏ। ਸਵਾਲ ਕਰਨਾ ਚਾਹੁੰਦੇ, ਅਸ਼ੋਕ ਜੀ ਪਲੀਜ਼ ਜਵਾਬ ਆਨਸਰ ਸੁਣਨਾ ਨਹੀਂ ਅਸ਼ੋਕ ਜੀ ਚਾਹੁੰਦੇ। ਪਲੀਜ਼ ਆਨਸਰ ਅਸ਼ੋਕ ਜੀ ਪਲੀਜ਼ ਆਨਸਰ ਦੇਖੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਇਹਨਾਂ ਨੂੰ ਸਰਕਾਰੀ ਆંકੜੇ ਜਿਹੜੇ ਤੇ ਇਹਨਾਂ ਦੇ ਹੱਕ 'ਚ ਨੇ ਉਹ ਠੀਕ ਹੈ। NCRB ਕ੍ਰਾਈਮ ਰੇਟ ਜਿਹੜਾ ਹੈ ਉਹ ਗਲਤ ਹੈ। ਐਜੂਕੇਸ਼ਨ ਸੈਂਟਰ ਗਵਰਨਮੈਂਟ ਨੇ ਕਹਿਤੀ ਸੀ ਪੰਜਾਬ ਦੀ ਠੀਕ ਹੈ, ਉਹ ਸਹੀ ਹੈ। ਇੱਕ ਇਹਨਾਂ ਨੂੰ ਇਹ ਵੀ ਪੁੱਛ ਲਓ ਪੂਰੇ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਮਹਿਲਾਵਾਂ ਤੇ ਉਤਪੀੜਨ ਦੇ ਮਾਮਲੇ ਕਿਹੜੀ ਸਟੇਟ 'ਚ ਹੈ? ਕਾਂਗਰਸ ਦੀ ਸਟੇਟ 'ਚ ਹੈ, ਰਾਜਸਥਾਨ ਦੇ ਵਿੱਚ। ਇਹ ਕਹਿ ਦੇਣਗੇ ਉਹ ਵੀ ਗਲਤ ਹੈ। ਦੂਸਰਾ ਮੈਂ ਇਹਨਾਂ ਤੋਂ ਇਹ ਕਹਿਣਾ ਚਾਹੁੰਦਾ ਕਿ ਇਹ ਕਹਿੰਦੇ ਹੈ ਮਹਿਲਾ ਦੀ ਗੱਲ ਹੀ ਨਹੀਂ ਹੋ ਰਹੀ। ਕੋਟਲੇ ਤੋਂ ਇਹਨਾਂ ਦੇ ਜਿਹੜੇ ਮੁਹੰਮਦ ਮੁਸਤਫਾ ਜੀ ਉਹਨਾਂ ਨੇ ਬਾਕੀ ਤਾਂ ਜੋ ਕਿਹਾ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਮਲੇਰਕੋਟਲੇ ਦੇ ਅੰਦਰ ਗੈਰ ਮੁਸਲਿਮ ਨਾ ਤਾਂ ਨਗਰ ਕੌਂਸਲ ਦਾ ਪ੍ਰਧਾਨ ਬਣਨ ਦਊਂਗਾ ਨਾ ਮਾਰਕੀਟ ਕਮੇਟੀ ਦਾ ਪ੍ਰਧਾਨ ਬਣਨ ਦਊਂਗਾ। ਉਹਨਾਂ ਨੇ ਕਿਹਾ ਜੇ ਮੁਸਲਮਾਨਾਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਦਿੱਤੇ ਤਾਂ ਸ਼ਾਂਤੀ ਕਿੱਦਾਂ ਰਹੇਗੀ? ਕਿਆ ਕਾਂਗਰਸ ਪਾਰਟੀ ਇਸ ਬਿਆਨਾਂ ਨਾਲ ਸਹਿਮਤ ਹੈ? ਆਪਾਂ ਬੇਅਦਬੀਆਂ ਦੀ ਗੱਲ ਕਰ ਰਹੇ ਹਾਂ। ਬੇਅਦਬੀਆਂ ਸਮਾਜਿਕ ਤਾਣਾ ਬਾਣਾ ਵਿਗਾੜਨ ਦਾ ਕੰਮ ਜਿਹੜਾ ਹੈ ਉਹ ਇਹ ਕਾਂਗਰਸ ਪਾਰਟੀ ਕਰ ਰਹੀ ਹੈ ਪੰਜਾਬ ਦੇ ਅੰਦਰ। ਇਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਜੀ ਉੱਥੋਂ ਘਟਾ ਦਿੱਤਾ ਜੀ, ਉੱਥੇ ਵਧਾ ਦਿੱਤਾ ਜੀ। ਪੰਜਾਬ ਦੇ ਅੰਦਰ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਕਹਿਣਾ ਮੈਂ ਰਾਜਨੀਤੀ ਛੱਡ ਜੂੰਗਾ। ਅੱਜ ਪੰਜਾਬ ਦੀ ਜਿਹੜੀ ਮਰਜ਼ੀ ਗਲੀ ਮੁਹੱਲੇ 'ਚ ਚਲ ਜਾਣ, ਜੇਕਰ ਤੁਹਾਨੂੰ 10 ਬੰਦੇ ਵੀ ਇਦਾਂ ਦੇ ਮਿਲ ਜਾਣ ਕਿ ਪੰਜਾਬ 'ਚ ਨਸ਼ਾ ਖਤਮ ਹੋ ਗਿਆ ਜਾਂ ਘਟ ਗਿਆ ਤੇ ਅਸੀਂ ਜ਼ਿੰਮੇਵਾਰ ਹੋਵਾਂਗੇ। ਦੇਖੋ ਪੰਜਾਬ ਦੇ ਅੰਦਰ ਕੋਈ ਇੱਕ ਜ਼ਿਲ੍ਹਾ ਦੱਸਣ, ਇਹ ਹੁਣ ਮੇਰਾ ਜਵਾਬ ਇੱਕ ਜ਼ਿਲ੍ਹਾ ਦੱਸਣ ਅਸ਼ਪ੍ਰੀਤ ਜੀ, ਰੋਜ਼ ਅਸ਼ੋਕ ਲੋਕ ਜੀ, ਨਹੀਂ ਨਸ਼ੇ ਠੀਕ ਨਾਲ ਹੈ। ਮਰ ਰਹੇ। ਠੀਕ ਹੈ, ਦੋਵਾਂ ਦੀ ਪ੍ਰਤੀਕਿਰਿਆ ਲੈ ਰਹੀ ਹੈ ਅਸ਼ੋਕ ਜੀ। ਮੇਰੇ ਸ਼ੋਅ ਜੇ ਸਟੈਟਸ ਕੋਟ ਕਰੋਗੇ ਮੈਂ ਤੁਹਾਨੂੰ ਉਸ ਤੇ ਫੜ ਲੂੰਗਾ। ਅਰਸ਼ਪ੍ਰੀਤ ਜੀ ਨੂੰ ਫੜ ਲਿਆ। ਅਸ਼ੋਕ ਜੀ ਮੈਂ ਇਸ ਵੇਲੇ NCRB ਰਿਪੋਰਟ ਖੋਲ ਲਈ ਹੈ 2019 ਜਿਹੜੀ ਲੇਟੈਸਟ ਹੈ। ਕ੍ਰਾਈਮ ਅਗੇਂਸਟ ਵੂਮਨ ਦੇ ਸਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼ 'ਚ ਆਏ ਨੇ। ਮੇਰੇ ਕੋਲ ਇਸ ਵੇਲੇ ਸਟੈਟਸ ਨੇ ਤੇ ਕ੍ਰਾਈਮ ਇਨ ਜਨਰਲ ਵੀ NCRB ਜਿਹੜੀ ਕਹਿੰਦੀ ਹੈ ਸਭ ਤੋਂ ਵੱਧ UP 'ਚ ਨੇ। ਮੈਂ ਕਿਹਾ 2020 ਦਾ ਖੋਲੋ ਜੀ ਪਲੀਜ਼ ਕੋਟ ਇਟ। ਤੁਸੀਂ 2020 ਦਾ ਖੋਲੋ, ਤੁਹਾਨੂੰ ਮੈਂ ਸਾਰਾ ਡਾਟਾ ਦੇ ਦੇਣਾ ਜਿਹੜਾ ਉਹਦਾ ਜਿਹੜਾ UP ਦਾ ਹੈ। UP ਦੇ ਵਿੱਚ ਕ੍ਰਾਈਮ ਗ੍ਰਾਫ ਘਟਿਆ ਹੈ BJP ਸਰਕਾਰ ਆਉਣ ਤੋਂ ਬਾਅਦ।
ਕ੍ਰਾਈਮ ਗ੍ਰਾਫ ਘਟਿਆ ਲੇਕਿਨ ਹਜੇ ਵੀ 25% ਦੇਸ਼ ਸਭ ਤੋਂ ਜ਼ਿਆਦਾ ਕ੍ਰਾਈਮ ਯੂਪੀ 'ਚ ਹੈ ਕਿ ਨਹੀਂ? ਉੱਥੇ ਦੀ ਆਬਾਦੀ 20 ਕਰੋੜ ਹੈ, ਉੱਥੇ ਦੀ ਮੈਨੀਪੂਲੇਟ ਆਬਾਦੀ ਤੇ ਵੀ ਜਾਣਾ ਪਏਗਾ ਨਾ ਜੀ ਆਪਾਂ ਨੂੰ, ਉੱਥੇ ਦੀ ਆਬਾਦੀ ਤੇ ਵੀ ਜਾਣਾ ਪਏਗਾ। ਠੀਕ ਹੈ, ਨਾਓ ਵੀ ਆਰ ਟ੍ਰਾਈਂਗ ਟੂ ਮੈਨੀਪੂਲੇਟ ਦ ਸਟੈਟਸ। ਚਲੋ ਖੈਰ ਠੀਕ ਹੈ, ਤੁਹਾਡੇ ਦੋਵਾਂ ਦੀ ਪ੍ਰਤੀਕਿਰਿਆ ਲੈ ਲਈ ਹੈ, ਪਰ ਇਹ ਛੋਟੇ ਛੋਟੇ ਪੁਆਇੰਟਸ ਠੀਕ ਹੈ। ਤੁਸੀਂ ਬੀਐਸਐਫ ਦੀ ਗੱਲ ਕੀਤੀ, ਤੁਸੀਂ ਕ੍ਰਾਈਮ ਦੀ ਗੱਲ ਕਰ ਲਈ, ਪਰ ਆਪਾਂ ਸੈਕਰੀਲੇਜ ਦੇ ਮੁੱਦੇ ਤੇ ਹੀ ਰਵਾਂਗੇ। ਤੁਸੀਂ ਗੱਲ ਕਹਿ ਰਹੇ ਸੀ ਅਰਸ਼ਪ੍ਰੀਤ ਦੀ, ਤੁਸੀਂ ਗੱਲ ਕੀਤੀ ਅਰਸ਼ਪ੍ਰੀਤ ਨੇ ਜਿਹੜੇ ਸਟੈਟਸ ਕੋਟ ਕੀਤੇ ਹੈ ਨਾ, they are more credible than the stats of center, because center ਨੇ time and again ਜਿਹੜੇ stats ਦੇਣੇ ਸੀਗੇ they were supposed to give, ਉਹ ਨਹੀਂ ਫਰਨਿਸ਼ ਕੀਤੇ। ਹੁਣ ਦੂਜੀ ਗੱਲ ਸੁਣੋ, ਦਿੱਲੀ ਦੇ ਵਿੱਚ 3.5 ਕਿਲੋ ਆਈਡੀ ਬਰਾਮਦ ਹੁੰਦੀ ਹੈ ਤੇ ਦਿੱਲੀ ਪੁਲਿਸ ਜਿਹੜੀ ਹੈ ਉੱਥੇ ਉਹਨੂੰ ਆਪ ਉਹਨੂੰ ਬਲਾਸਟ ਕਰਦੀ ਹੈ। ਆਪਾਂ ਹਰੇਕ ਸਾਰਿਆਂ ਨੇ ਮੈਨੂੰ ਲੱਗਦਾ ਵੀਡੀਓ ਵੀ ਦੇਖੀ ਹੋਊਗੀ। ਸੋ ਇਨਸੀਡੈਂਟਸ ਕੀ ਸਿਰਫ ਪੰਜਾਬ 'ਚ ਹੋ ਰਿਹਾ, ਪੂਰੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ, ਪੰਜਾਬ ਦੇ ਵਿੱਚ ਘੱਟ ਹੈ। ਦੂਜੀ ਗੱਲ, ਮੈਂ ਇੱਕ ਸਿੰਪਲ ਚੀਜ਼ ਪੁੱਛਦਾ ਇਹਨਾਂ ਨੂੰ, ਕੈਪਟਨ ਸਾਹਿਬ ਦੇ ਜਿਹੜੇ ਆਪਣਾ ਇੱਥੇ ਨੁਮਾਇੰਦੇ ਵੀ ਬੈਠੇ ਹੋਣਗੇ, ਕਿ ਬੀਐਸਐਫ ਜੁਰਿਸਡਿਕਸ਼ਨ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਇਟ ਸ਼ੁੱਡ ਬੀ ਰਿਡਿਊਸਡ, ਤੇ ਉਹ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਅੱਡ ਹੋਏ ਉਹਨਾਂ ਨੇ ਇਸ ਚੀਜ਼ ਨੂੰ ਸਪੋਰਟ ਕੀਤਾ, ਪੰਜਾਬ ਦੀ ਪਿੱਠ ਦੇ ਵਿੱਚ ਖੁਰਾ ਭੋਕਿਆ। ਨਾਲੇ ਯਾਰ ਮੈਂ ਜਦੋਂ ਗੁਜਰਾਤ 'ਚ ਵਧੇ ਸੀਗੇ, ਸਿਰਫ ਆਪਦੀ ਸਟੇਟਸ ਦੇ ਵਿੱਚ ਸਿਰਫ ਔਰ ਸਿਰਫ ਆਪਦੀ ਸਟੇਟਸ ਦੇ ਵਿੱਚ ਤੁਸੀਂ ਜੁਰਿਸਡਿਕਸ਼ਨ ਕਿਉਂ ਘਟਾ ਦਿੰਦੇ ਹੋ? ਇਸ ਗੱਲ ਦਾ ਤੁਹਾਡੇ ਕੋਲ ਜਵਾਬ ਹੈ। ਤੁਸੀਂ ਸਿਰਫ ਔਰ ਸਿਰਫ ਜਦੋਂ ਗੁਜਰਾਤ ਦੇ ਅੰਦਰ ਸੀ, ਗੁਜਰਾਤ 'ਚ ਤਾਂ ਮੋਦੀ ਜੀ ਨੇ ਕਦੀ ਨਹੀਂ ਕਿਹਾ। ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਤੁਸੀਂ, ਕਿ ਪਹਿਲੀ ਗੱਲ ਤੁਸੀਂ ਇਹਨੂੰ ਜਿਹੜਾ ਆਰਡਰ ਸੀਗਾ ਇਹਨੂੰ ਟੇਬਲ ਕਿਉਂ ਨਹੀਂ ਕੀਤਾ ਪਾਰਲੀਮੈਂਟ ਦੇ ਵਿੱਚ? ਇਹਦਾ ਤੁਹਾਡੇ ਕੋਲ ਜਵਾਬ ਹੈਗਾ? ਇਹਦਾ ਜਵਾਬ ਨਹੀਂ ਲੈਣਾ ਅਸ਼ੋਕ ਜੀ ਤੋਂ, ਕਿਉਂਕਿ ਦਿਸ ਇਜ਼ ਨਾਟ ਦੀ ਅੱਜ ਦਾ ਇਹ ਮੁੱਦਾ ਨਹੀਂ ਹੈ। ਇਸ ਮੁੱਦੇ ਤੇ ਆਪਾਂ ਦੁਬਾਰਾ ਗੱਲਬਾਤ ਕਰ ਸਕਦੇ ਹਾਂ। ਅਸ਼ੋਕ ਜੀ ਇਸ ਦਾ ਮੁੱਦਾ ਨਹੀਂ ਹੈ, ਸੋ ਅਸੀਂ ਇਹਦਾ ਡਿਬੇਟ ਕੰਟੀਨਿਊ ਨਹੀਂ ਕਰਾਂਗੇ। ਅਸ਼ੋਕ ਜੀ ਤੇ ਅਰਸ਼ਪ੍ਰੀਤ ਜੀ, ਇਸ ਗੱਲ ਦਾ ਕੋਈ ਫਾਇਦਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਜਗਬੀਰ ਸਿੰਘ ਜੀ, ਜੇ ਹਜੇ ਵੀ ਮੇਰੀ ਆਵਾਜ਼ ਸੁਣ ਪਾ ਰਹੇ ਹੋ, ਤੁਹਾਡੀ ਪ੍ਰਤੀਕਿਰਿਆ ਦੇਣਾ ਚਾਹਣਾ। ਬੀਐਸਐਫ ਦਾ ਇਹਦੇ ਨਾਲ ਬੀਐਸਐਫ ਦਾ ਬਹੁਤ ਰੈਲੇਵੈਂਸ ਹੈ ਇਸ ਮੁੱਦੇ ਨਾਲ। ਜੇ ਕੋਈ ਬੇਅਦਬੀ ਹੁੰਦੀ ਹੈ ਬੀਐਸਐਫ ਦੇ ਅੰਡਰ ਆਉਂਦਾ ਸੀਆਰਪੀਸੀ, ਅਰਸ਼ਪ੍ਰੀਤ ਜੀ ਪਟਿਆਲਾ, ਲੇਕਿਨ ਉਹਨਾਂ ਦੇ ਅੰਡਰ ਨਹੀਂ ਆਉਂਦਾ। ਸੋ ਠੀਕ ਹੈ, ਤੁਸੀਂ ਉਹਦਾ ਬਲੇਮ ਈਸੀ ਤੇ ਸ਼ਿਫਟ ਕਰਤਾ ਹੈ। ਵੀ ਵਿਲ ਲੀਵ ਇਟ ਐਟ ਦੈਟ। ਠੀਕ ਹੈ, ਆਮ ਆਦਮੀ ਪਾਰਟੀ ਤੋਂ ਰਾਜਨ ਅਮਰਦੀਪ ਸਿੰਘ ਜੀ, ਤੁਹਾਡੇ ਅੱਜ ਦੇ ਕਲੋਜ਼ਿੰਗ ਕਮੈਂਟਸ ਪੰਜਾਬ ਦੇ ਲਾਅ ਐਂਡ ਆਰਡਰ ਤੇ ਬੇਅਦਬੀਆਂ ਦੇ ਮੁੱਦਿਆਂ ਤੇ ਕਲੋਜ਼ਿੰਗ ਕਮੈਂਟਸ। ਹਾਂਜੀ ਸਰ, ਜੋ ਮੈਂ ਤੁਹਾਨੂੰ ਕਲੋਜ਼ਿੰਗ ਕੰਟੈਂਟਸ ਦੇਣ ਜਾ ਰਿਹਾ ਕਿ ਜੋ ਇੱਕ ਆਪਣਾ ਗੈਂਗਸਟਰ ਰਾਜ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬੀਜੇਪੀ ਦੀ ਜਦੋਂ ਗਵਰਨਮੈਂਟ ਸੀ, ਉਦੋਂ ਇਹਨਾਂ ਨੇ ਗੈਂਗਸਟਰ ਪੈਦਾ ਕੀਤੇ, ਅਤੇ ਅੱਜ ਜਿਹੜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਮੇਰੇ ਐਡਵੋਕੇਟ ਸਾਹਿਬ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਆ ਨਿੱਤ ਇੱਥੇ ਜਦੋਂ ਦੀ ਕੈਪਟਨ ਸਰਕਾਰ ਆਈ ਹੈ, ਨਿੱਤ ਇੱਥੇ ਗੋਲੀਆਂ ਨਾਲ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਗੈਂਗਸਟਰਾਂ ਵੱਲੋਂ, ਉਹ ਲਾਅ ਐਂਡ ਆਰਡਰ ਕਿੱਥੇ ਜਾਊਗਾ? ਇਹ ਪੰਜਾਬ ਦੇ ਹਾਲਾਤ ਨਹੀਂ ਸੀਗੇ ਜਿਹੜੇ ਇਹਨਾਂ ਅਕਾਲੀ ਦਲ ਤੇ ਬੀਜੇਪੀ ਦੀ ਸਾਂਝ ਤੇ ਕਾਂਗਰਸ ਪਾਰਟੀ ਨੇ ਬਣਾ ਦਿੱਤੇ। ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ, ਦੇਸ਼ ਵਿੱਚ ਇੰਨਾ ਜ਼ਿਆਦਾ ਭ੍ਰਿਸ਼ਟਾਚਾਰ ਭਰਿਆ, ਇਹੀ ਤਿੰਨੋਂ ਪਾਰਟੀਆਂ ਰਾਜ ਕਰਦੀਆਂ ਆਈਆਂ, ਬੀਜੇਪੀ, ਕਾਂਗਰਸ ਸੈਂਟਰ 'ਚ, ਅਕਾਲੀ ਦਲ ਪੰਜਾਬ ਦੇ ਵਿੱਚ। ਜੇ ਇਹਨਾਂ ਦਾ ਲਾਅ ਐਂਡ ਆਰਡਰ ਸਹੀ ਹੋਵੇ ਤਾਂ ਦੇਸ਼ ਤਰੱਕੀ ਕਰ ਸਕਦਾ ਹੈ। ਇਹ ਭ੍ਰਿਸ਼ਟਾਚਾਰ ਕਰਨ ਤੇ ਲੱਗੀਆਂ ਹੋਈਆਂ ਤਿੰਨੋਂ ਪਾਰਟੀਆਂ ਤੇ ਸੈਂਟੀਮੈਂਟਸ ਨਾਲ ਖੇਡਦੀਆਂ ਹਰ ਜਾਤੀ ਦੇ ਜਦੋਂ ਇਲੈਕਸ਼ਨ ਨੇੜੇ ਆ ਜਾਂਦੀਆਂ। ਤੇ ਆਮ ਆਦਮੀ ਪਾਰਟੀ ਇਹ ਦੇ ਬਿਲਕੁਲ ਵਿਰੁੱਧ ਹੈ। ਅਤੇ ਜੇ ਆਮ ਆਦਮੀ ਪਾਰਟੀ ਹਮੇਸ਼ਾ ਚਾਹੁੰਦੀ ਹੈ ਕਿ ਇਨਸਾਨ ਦੇ ਨਾਲ ਭਾਈਚਾਰਾ ਹੋਣਾ ਚਾਹੀਦਾ, ਇਹੀ ਸਾਡਾ ਸੰਦੇਸ਼ ਹੈ। ਅਤੇ ਜੋ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਆਉਂਦੀ ਸੀ, ਲਾਅ ਐਂਡ ਆਰਡਰ ਬਿਲਕੁਲ ਠੀਕ ਕਰਾਂਗੇ ਅਤੇ ਇੱਥੇ ਅਮਨ ਤੇ ਇਮਾਨ ਦੇ ਨਾਲ ਪੰਜਾਬੀਆਂ ਨੂੰ ਭਰਾਵਾਂ ਵਾਂਗ ਇੱਕ ਦੂਜੇ ਨਾਲ ਜੱਫੀਆਂ ਪਾ ਕੇ ਰਹਿਣ ਦਾ ਇੱਕ ਮੌਕਾ ਦੇਵਾਂਗੇ। ਇਹ ਮੈਂ ਕਹਿਣਾ ਚਾਹੁੰਦਾ। ਸਿੱਖ ਸਮਾਜ ਮੋਰਚਾ ਤੋਂ ਜਗਬੀਰ ਚੌਹਾਨ ਜੀ, ਕਲੋਜ਼ਿੰਗ ਕਮੈਂਟਸ ਜਾਂਦੇ ਜੀ। ਹਾਂਜੀ, ਇਹ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ। ਪਲੀਜ਼ ਪਹਿਲਾਂ ਜਗਬੀਰ ਚੌਹਾਨ ਜੀ ਆਪਣੀ ਗੱਲ ਖਤਮ ਕਰ ਲੈਣ, ਅਰਸ਼ਪ੍ਰੀਤ ਫਿਰ ਤੁਹਾਡੇ ਕੋਲ ਆਵਾਂਗੇ। ਜਗਬੀਰ ਜੀ, ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਆ ਕਿ ਲਾਅ ਐਂਡ ਆਰਡਰ ਹੈ ਹੀ ਨਹੀਂਗਾ, ਪਾਰਟੀਆਂ ਆਈਆਂ, ਅੱਜ ਤੱਕ ਲਾਅ ਐਂਡ ਆਰਡਰ ਬਣਿਆ ਹੀ ਨਹੀਂਗਾ। ਔਰ ਦੂਜੀ ਗੱਲ ਕਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ, ਹੁਣ ਇੱਕ ਮੁੱਦਾ ਉੱਠ ਰਿਹਾ ਜੀ। ਮੈਂ ਮੇਰੇ ਕੋਲ ਆਮ ਆਦਮੀ ਆਪਾਂ ਸੈਕਰੀਲੇਜ ਤੇ ਲਾਅ ਐਂਡ ਆਰਡਰ ਤੇ ਹੀ ਰਹੀਏ ਜੋ ਅੱਜ ਦਾ ਮੁੱਦਾ ਹੈ, ਬਾਕੀ ਤੇ ਬਾਅਦ ਚ ਆਵਾਂਗੇ। ਜਗਬੀਰ ਜੀ, ਅੱਜ ਦੇ ਮੁੱਦੇ ਤੇ ਕਲੋਜ਼ਿੰਗ ਕਮੈਂਟਸ ਬੇਅਦਬੀ ਤੇ। ਦੇਖੋ, ਲਾਅ ਐਂਡ ਆਰਡਰ ਬਣਨਾ ਹੈ ਤੇ ਇਹ ਜਿਹੜੀਆਂ ਸਰਕਾਰਾਂ ਇਹਨਾਂ ਤੋਂ ਪਾਸੇ ਕਰਕੇ ਇੱਕ ਨਵੀਂ ਸਰਕਾਰ ਜਿੱਦਾਂ ਐਸਐਸਐਮ ਦੀ ਬਣ ਰਹੀ ਹੈ, ਔਰ ਅਸੀਂ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੀ। ਅਸ਼ੋਕ ਸਰੀਨ ਜੀ, ਬੀਜੇਪੀ ਇਸ ਤੋਂ ਪਹਿਲਾਂ ਕਹਿ ਸਕਦੇ ਹਾਂ ਸੈਕਿੰਡ ਫਿਡਲ ਰਹੀ ਹੈ, ਪਹਿਲਾਂ ਅਕਾਲੀਆਂ ਦੇ ਨਾਲ ਰਹੀ ਹੈ, ਠੀਕ ਹੈ। ਇਸ ਵਾਰ ਪਹਿਲੀ ਵਾਰ ਪੇਰੈਂਟ ਪਾਰਟੀ ਆਈ ਹੈ ਅਮਰਿੰਦਰ ਸਿੰਘ ਨੂੰ। ਇਸ ਤੋਂ ਪਹਿਲਾਂ ਤੁਸੀਂ ਬਲੇਮ ਕਰਦੇ ਰਹੇ ਹੋ ਕਾਂਗਰਸ ਨੂੰ, ਹੁਣ ਅਮਰਿੰਦਰ ਸਿੰਘ ਤੁਹਾਡੇ ਨਾਲ ਨੇ। ਬੀਜੇਪੀ ਐਜ਼ ਪੇਰੈਂਟ ਪਾਰਟੀ, ਇਜ਼ ਦੇਅਰ ਅ ਸਪੈਸੀਫਿਕ ਪਲਾਨ ਲਾਅ ਐਂਡ ਆਰਡਰ ਜਾਂ ਸੈਕਰੀਲੇਜ ਇਸ਼ੂਜ਼ ਪੰਜਾਬ 'ਚ ਕਿਵੇਂ ਕਾਊਂਟਰ ਹੋਣਗੇ? ਕਲੋਜ਼ਿੰਗ ਕਮੈਂਟ। ਦੇਖੋ, ਅਸੀਂ ਤਾਂ ਆਪਣਾ ਮਾਡਲ ਦੇਾਂਗੇ ਗੁੰਡਾਗਰਦੀ ਨੂੰ ਸਮਾਪਤ ਕਰਨ ਦੇ ਲਈ। ਅਸੀਂ ਦਿਖਾਵਾਂਗੇ, ਲੋਕਾਂ 'ਚ ਜਾ ਕੇ ਦੱਸਾਂਗੇ ਕਿ ਯੂਪੀ ਬਿਹਾਰ 'ਚ ਗੁੰਡਾਗਰਦੀ ਸਮਾਪਤ ਹੋ ਗਈ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ। ਕ੍ਰਾਈਮ ਗ੍ਰਾਫ ਬਹੁਤ ਘਟਿਆ ਜਦੋਂ ਦੀ ਕਾਂਗਰਸ ਆਈ ਹੈ, ਪੰਜਾਬ 'ਚ ਵਧਿਆ। ਦੂਸਰਾ, ਪੰਜਾਬ ਦੇ ਅੰਦਰ ਅਸੀਂ ਇੰਡਸਟਰੀ ਡਿਵੈਲਪ ਕਰਾਂਗੇ।
ਅੱਜ ਪੰਜਾਬ ਚੋਂ ਪਲਾਇਨ ਕਰਕੇ ਇੰਡਸਟਰੀ ਹਿਮਾਚਲ, ਹਰਿਆਣਾ, ਯੂਪੀ, ਗੁਜਰਾਤ ਜਾ ਰਹੀ ਹੈ। ਜਿਹੜੀ ਇੰਡਸਟਰੀ ਇੱਥੋਂ ਪਲਾਇਨ ਕਰ ਰਹੀ ਹੈ, ਅਸੀਂ ਉਸ ਇੰਡਸਟਰੀ ਦੇ ਨੂੰ ਇੱਥੇ ਪਾਲਕ ਬਣ ਕੇ ਉਹਨਾਂ ਦਾ ਪਲਾਇਨ ਰੋਕਾਂਗੇ, ਉਹਨਾਂ ਦਾ ਰੋਜ਼ਗਾਰ ਵਧਾਉਣ ਦੇ ਸਾਧਨ ਉਹਨਾਂ ਨੂੰ ਦੇਵਾਂਗੇ, ਰੋਜ਼ਗਾਰ ਦੇ ਨੌਜਵਾਨਾਂ ਨੂੰ ਨਵੇਂ-ਨਵੇਂ ਵਿਕਲਪ ਦੇਵਾਂਗੇ। ਅਸੀਂ ਉਸ ਮਾਡਲ ਤੇ ਚੁਣਾਵ ਲੜਨਾ ਔਰ ਪੰਜਾਬ ਦੇ ਅੰਦਰ ਅਮਨ, ਸ਼ਾਂਤੀ, ਭਾਈਚਾਰਾ ਪ੍ਰਮੁੱਖਤਾ ਦੇ ਨਾਲ ਬਣਿਆ ਰਵੇ। ਸਾਡਾ ਟੀਚਾ ਉਹ ਹੋਏਗਾ, ਕਿਉਂਕਿ ਅਸੀਂ ਪੰਜਾਬ ਦੇ ਅੰਦਰ ਰਾਜਨੀਤੀ ਜਦੋਂ ਗਠਬੰਧਨ ਚ ਵੀ ਸੀਗੇ, ਪੰਜਾਬੀਅਤ ਨੂੰ ਪ੍ਰਮੁੱਖ ਰੱਖ ਕੇ ਕੀਤੀ ਸੀਗੀ। ਅਸੀਂ ਉਪ ਮੁੱਖ ਮੰਤਰੀ ਦਾ ਦਾਇਿਤਵ ਇਸੇ ਲਈ ਛੱਡਿਆ ਸੀ ਕਿ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰਾ ਪਹਿਲਾਂ ਹੈ, ਰਾਜਨੀਤੀ ਬਾਅਦ ਚ। ਉਸੇ ਤਰ੍ਹਾਂ ਜਿਹੜਾ ਗਠਬੰਧਨ ਸਾਡਾ ਹੈ ਪੰਜਾਬ ਦੇ ਅੰਦਰ, ਪੰਜਾਬੀਅਤ, ਪੰਜਾਬੀਆਂ ਦੀ ਰੱਖਿਆ ਦੇ ਲਈ, ਖੁਸ਼ਹਾਲ ਪੰਜਾਬ ਬਣਾਉਣ ਦੇ ਲਈ, ਔਰ ਜਿਹੜਾ ਹੈ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਵਿਗੜ ਚੁੱਕਾ ਹੈ ਉਸ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਆਪਾਂ ਆਪਣਾ ਮਾਡਲ ਦੇਵਾਂਗੇ ਔਰ ਇਹ ਕਾਂਗਰਸ ਪਾਰਟੀ ਤੋਂ ਮੁਕਤੀ ਦਾ ਸੰਕਲਪ ਜਿਹੜਾ ਅਸੀਂ ਲਿੱਤਾ ਹੈ ਉਹਨੂੰ ਪੂਰਾ ਕਰਾਂਗੇ। ਠੀਕ ਹੈ, ਕਾਂਗਰਸ ਤੋਂ ਅਰਸ਼ਪ੍ਰੀਤ ਜੀ ਕਲੋਜ਼ਿੰਗ ਕਮੈਂਟਸ। ਦੇਖੋ ਜੀ, ਬੀਜੇਪੀ ਪਾਰਟੀ ਦੇ ਪੰਜਾਬ 'ਚ ਆਉਣ ਦੇ ਚਾਂਸਸ ਉਨੇ ਕੀ ਨੇ ਜਿੰਨੀ ਮੋਦੀ ਸਾਹਿਬ ਪ੍ਰੈਸ ਕਾਨਫਰੰਸਿਸ ਕਰਦੇ, ਯਾਨੀ ਕਿ ਸ਼ੂਨਿਆ। ਦੂਜੀ ਗੱਲ, ਇਹਨਾਂ ਨੇ ਮੁਸਤਫਾ ਸਾਹਿਬ ਦੀ ਗੱਲ ਕੀਤੀ। ਸਰੀਨ ਸਾਹਿਬ ਤੁਹਾਡੇ ਟਾਈਮਸ ਨਹੀਂ ਬੋਲਿਆ, ਕਹਿੰਦੇ ਇੰਟਰਪਟ ਨਾ ਕਰਿਓ। ਮੁਸਤਫਾ ਸਾਹਿਬ ਤੇ ਅਟੈਕ ਹੁੰਦਾ, ਉਹ ਤੋਂ ਬਾਅਦ ਉਹ ਜਾ ਕੇ ਕਹਿੰਦੇ ਆ ਜਿਵੇਂ ਕੋਈ ਵੀ ਵਿਅਕਤੀ ਕਹੂਗਾ ਜੇ ਤੁਹਾਡੇ ਤੇ ਵੀ ਅਟੈਕ ਹੋਵੇ ਸਾਹਿਰ, ਤੇ ਤੁਸੀਂ ਆਪਣਾ ਇਮੋਸ਼ਨਲ ਹੋਵੋਗੇ ਤੇ ਆਊਟਬਰਸਟ ਹੋਊਗਾ। ਉਹਨਾਂ ਨੇ ਕਿਹਾ ਜੇ ਮੇਰੇ ਨਾਲ ਇਹ ਚੀਜ਼ ਫੇਰ ਹੋਈ ਤੇ then I will have to retaliate। ਨਾ ਹੁਣ ਮੈਨੂੰ ਇਹ ਗੱਲ ਦਾ ਜਵਾਬ ਦੇ ਦੇਣ ਵੀ ਕਾਂਗਰਸ ਪਾਰਟੀ ਦਾ ਬਿਆਨ ਤਾਂ ਨਹੀਂ ਹੈ, ਕਾਂਗਰਸ ਪਾਰਟੀ ਤਾਂ ਸੈਕੂਲਰ ਹੈ, ਲੇਕਿਨ ਤੁਸੀਂ ਦੱਸੋ ਤੁਹਾਡੇ ਖੱਟਰ ਸਾਹਿਬ, ਤੁਹਾਡੇ ਅਨੁਰਾਗ ਠਾकुर ਸਾਹਿਬ ਕੀ ਬਿਆਨ ਦਿੰਦੇ ਰਹੇ? ਪਹਿਲਾਂ ਦੇਸ਼ के गद्दारों को गोली मारो, सालों को अपना जय श्री राम चलाएंगे, कार डालेंगे, ਇਹ ਜੇ ਬਿਆਨ ਬੀਜੇਪੀ ਦੇ ਲੀਡਰਸ ਦਿੰਦੇ ਰਹੇ ਆ। ਦੂਜੀ ਗੱਲ, ਇਹਨਾਂ ਦੇ ਖੱਟਰ ਸਾਹਿਬ ਨੇ ਕੀ ਕਿਹਾ ਸੀਗਾ? ਕਿਸਾਨਾਂ ਦੇ ਡੰਡੇ ਮਾਰੋ, ਇਹਨਾਂ ਦੇ ਸਿਰ ਖੋਲ ਤੋਂ ਬੇਲ ਤੁਹਾਡੀ ਮੈਂ ਕਰਾਉਂਗਾ। ਇਹਨਾਂ ਦੇ ਅਜੇ ਮਿਸ਼ਰਾ ਜਿਹੜੇ ਮਿਨਿਸਟਰ ਆਫ ਸਟੇਟ ਹੋਮ ਅਫੇਅਰਸ ਨੇ, ਉਹਨਾਂ ਦਾ ਬਿਆਨ ਕੀ ਸੀਗਾ? ਕਹਿੰਦੇ ਜੇ ਮੈਂ ਆਈ ਤੇ ਆ ਗਿਆ 2 ਮਿੰਟ ਕਿਸਾਨਾਂ ਨੂੰ ਸਿੱਧੇ ਕਰ ਦੂੰਗਾ, ਮੇਰਾ ਪਿਛੋਕੜ ਚੱਕ ਕੇ ਦੇਖ ਲਓ ਮੈਂ ਕਿੱਥੇ ਆਉਣਾ। ਹੀ ਵਾਸ ਰੈਫਰਿੰਗ ਟੂ ਸੈਕਸ਼ਨ 302 ਕੇਸ ਪੈਂਡਿੰਗ ਅਗੇਂਸਟ ਹਿਮ ਇਨ ਦਾ ਹਾਈ ਕੋਰਟ। ਤੇ ਉਹ ਬਿਆਨਾਂ ਨੂੰ ਤੁਸੀਂ ਕਮਿਊਨਲ ਨਹੀਂ ਕਹਿੰਦੇ, ਉਹ ਬਿਆਨਾਂ ਨੂੰ ਤੁਸੀਂ ਥ੍ਰੈਟਨਿੰਗ ਨਹੀਂ ਕਹਿੰਦੇ, ਤੁਸੀਂ ਕੰਡੈਮ ਨਹੀਂ ਕਰਦੇ ਠਾकुर ਸਾਹਿਬ ਦੇ ਬਿਆਨ ਨੂੰ ਵੀ ਦੇਸ਼ के गद्दारों को गोली मारो सालों को। दसो ये बयान सही है? he was rewarded for that, he has been rewarded with a ministry for that। ਇਹ ਕਿਵੇਂ ਉਸ ਚੀਜ਼ ਨੂੰ ਜਸਟੀਫਾਈ ਕਰਨਗੇ? ਸੋ ਸਾਡੇ ਤੇ ਆਪਣਾ ਉਂਗਲੀ ਚੱਕਣ ਤੋਂ ਪਹਿਲਾਂ he should first introspect, ਆਪਦੀ ਪੀੜੀ ਥੱਲੇ ਸੋਟਾ ਮਾਰਨ, ਉਹ ਤੋਂ ਬਾਅਦ ਸਾਡੀ ਗੱਲ ਕਰਨ। ਠੀਕ ਹੈ, ਵੈਸੇ ਤਾਂ ਕਲੋਜ਼ਿੰਗ ਕਮੈਂਟ ਸੀਗੇ, ਬਟ ਠੀਕ ਹੈ ਅਸ਼ੋਕ ਜੀ ਤੁਹਾਨੂੰ ਮੌਕਾ ਦੇ ਰਹੇ ਹਾਂ, ਇਸ ਤੋਂ ਬਾਅਦ ਵੀ ਵਿਲ ਕਲੋਜ਼ ਦਿਸ ਡਿਬੇਟ। ਅਸ਼ੋਕ ਜੀ ਫਾਈਨਲ। ਦੇਖੋ, ਇਹਨਾਂ ਨੇ ਅਨੁਰਾਗ ਠਾकुर ਜੀ ਦੇ ਕਮੈਂਟ ਨੂੰ ਕੋਡ ਕੀਤਾ ਹੈ। ਉਹਨਾਂ ਨੇ ਕਿਹਾ ਦੇਸ਼ ਕੇ ਗੱਦਾਰੋਂ ਕੋ ਜੂਤੇ ਮਾਰੋ ਸਾਲੋਂ ਕੋ। ਦੇਸ਼ ਦੇ ਗੱਦਾਰਾਂ ਨੂੰ ਮੈਨੂੰ ਲੱਗਦਾ ਕਾਂਗਰਸ ਨੂੰ ਪਿਆਰ ਹੋਊਗਾ, ਸਾਨੂੰ ਕਿਸੇ ਨੂੰ ਨਹੀਂ ਹੈ। ਜਿੱਥੋਂ ਤੱਕ ਮੁਹੰਮਦ ਮੁਸਤਫਾ ਜੀ ਦੀ ਗੱਲ ਇਹਨਾਂ ਨੇ ਕੀਤੀ ਹੈ, ਹੋਰ ਵੀ ਕਈ ਨਾਮ ਲਏ ਸੀ ਅਸ਼ੋਕ ਜੀ, ਜੇ ਜਵਾਬ ਦੇ ਰਹੇ ਹੋ ਤਾਂ ਪਲੀਜ਼ ਸਾਰਿਆਂ ਦਾ ਦਿਓ। ਅਜੇ ਮਿਸ਼ਰਾ ਤੇ ਤੁਸੀਂ ਕਿਸੇ ਨੇ ਉਹਨਾਂ ਤੇ ਹਮਲਾ ਨਹੀਂ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਗੈਰ ਮੁਸਲਿਮ ਮੈਂ ਨਗਰ ਕੌਂਸਲ ਦਾ ਪ੍ਰਧਾਨ ਨਹੀਂ ਬਣਾਉਣ ਦਊਂਗਾ, ਮਾਰਕੀਟ ਕਮੇਟੀ ਦਾ ਪ੍ਰਧਾਨ ਨਹੀਂ ਬਣਨ ਦਊਂਗਾ। ਅਸ਼ੋਕ ਜੀ ਜੇ ਜਵਾਬ ਦੇਣਾ ਤਾਂ ਪੂਰਾ ਦੇਣਾ ਪਊਗਾ, ਤੁਸੀਂ ਜਵਾਬ ਦੇਣਾ ਚਾਹੇ ਮੈਂ ਤੁਹਾਨੂੰ ਮੌਕਾ ਦਿੱਤਾ। ਹੁਣ ਖੱਟੜ ਦਾ ਬਿਆਨ ਜਾਂ ਅਜੇ ਮਿਸ਼ਰਾ ਦਾ ਬਿਆਨ 302 ਪੈਂਡਿੰਗ, ਤੁਸੀਂ ਮੈਨੂੰ ਕਹਿ ਰਹੇ ਸੀਗੇ ਬੀਜੇਪੀ ਸਭ ਨੂੰ ਇਕੁਅਲ ਟ੍ਰੀਟ ਕਰਦੀ ਹੈ, ਪਲੀਜ਼। ਖੱਟੜ ਸਾਹਿਬ ਜਦੋਂ 302 ਦਾ ਲਖੀਮਪੁਰ ਦੇ ਵਿੱਚ ਹੋਇਆ ਸੀ, ਫੜ ਕੇ ਅੰਦਰ ਦਿੱਤੇ। ਕਾਂਗਰਸ ਦੀ ਤਰ੍ਹਾਂ 30 ਸਾਲ ਜਗਦੀਸ਼ ਟਾਈਟਲਰ ਵਰਗਿਆਂ ਨੂੰ ਸੁਰੱਖਿਆ ਸੁਵਿਧਾ ਨਹੀਂ ਦਿੱਤੀ, ਤੁਸੀਂ ਬਚਾਉਂਦੇ ਰਹੇ, ਅਸੀਂ ਕਦੀ ਨਹੀਂ ਬਚਾਇਆ। ਖੱਟਰ ਸਾਹਿਬ ਦੇ ਬਿਆਨ ਦੇ ਨਾਲ ਕਿਸੇ ਨੇ ਸਹਿਮਤੀ ਨਹੀਂ ਜਤਾਈ। ਅਸ਼ੋਕ ਜੀ ਤੁਸੀਂ ਜਵਾਬ ਨਹੀਂ ਦੇ ਰਹੇ। ਤੁਸੀਂ ਮੈਨੂੰ ਪਹਿਲਾਂ ਇਸ ਡਿਬੇਟ 'ਚ ਕਿਹਾ ਸੀਗਾ ਕਿ ਬੀਜੇਪੀ ਸਪੋਰਟ ਨਹੀਂ ਕਰਦੀ ਤੇ ਜੇ ਕੋਈ ਇਸ ਤਰ੍ਹਾਂ ਕੁਝ ਕਰਦਾ ਹੈ ਅਸੀਂ ਉਹਨੂੰ ਬਿਲਕੁਲ ਸਪੋਰਟ ਨਹੀਂ ਕਰਦੇ। 302 ਪੈਂਡਿੰਗ ਹੈ ਅਜੇ ਮਿਸ਼ਰਾ ਦੇ ਖਿਲਾਫ। ਖੱਟਰ ਜੀ ਦਾ ਬਿਆਨ ਤੁਸੀਂ ਡਾਇਰੈਕਟ ਜਵਾਬ ਨਹੀਂ ਦੇ ਰਹੇ। ਅਜੇ ਮਿਸ਼ਰਾ ਦੇ ਖਿਲਾਫ ਪੈਂਡਿੰਗ ਨਹੀਂ ਹੈ, ਕਿੱਥੇ ਪੈਂਡਿੰਗ ਹੈ? ਇਹ ਕਹ ਰਹੇ 302 ਪੈਂਡਿੰਗ ਹੈ ਉਹਨਾਂ ਖਿਲਾਫ। ਕੋਈ ਪੈਂਡਿੰਗ ਨਹੀਂ ਹੈ, ਪ੍ਰੋਸੀਡਿੰਗ ਚੱਲ ਰਹੀਆਂ, ਕੁਝ ਪੈਂਡਿੰਗ ਨਹੀਂ ਹੈ। ਠੀਕ ਹੈ, ਚਲੋ ਇਹ ਸਾਡੀ ਆਡੀਅੰਸ ਬੜੀ ਈਜ਼ੀਲੀ ਗੂਗਲ ਕਰਕੇ ਫਾਈਂਡ ਆਊਟ ਕਰ ਸਕਦੀ ਹੈ। ਵੀ ਵਿਲ ਕਲੋਜ਼ ਦਿਸ ਡਿਬੇਟ ਹੇਅਰ। ਠੀਕ ਹੈ ਅਰਸ਼ਪ੍ਰੀਤ ਜੀ, ਆਈ ਥਿੰਕ ਵੀਵ ਹੈਡ ਇਨਫ। ਹੁਣ ਅਸੀਂ ਮਡ ਸਲਿੰਗਿੰਗ ਕਰ ਰਹੇ ਹਾਂ, ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਹਾਂ, ਤਾਂ ਸਾਡਾ ਕੋਈ ਸੋਲੂਸ਼ਨ ਜਿਹੜੇ ਇਸ਼ੂਜ਼ ਦੀ ਗੱਲ ਕਰ ਰਹੇ ਸੀ ਉਹ ਨਹੀਂ ਨਿਕਲੇਗਾ। ਸੋ ਮੈਂ ਜਾਂਦੇ ਜਾਂਦੇ ਆਪਣੇ ਵਿਊਅਰਸ ਨੂੰ ਦੱਸ ਦਵਾਂ ਕਿ 1860 ਦਾ ਸਾਡਾ ਲਾਅ ਸੈਕਰੀਲੇਜ ਦਾ ਬਣਿਆ ਹੋਇਆ। ਜਦੋਂ ਇੰਡੀਆਜ਼ ਡਿਵਾਈਡ ਐਂਡ ਰੂਲ ਦੀ ਪਾਲਿਸੀ ਚੱਲ ਰਹੀ ਸੀਗੀ, ਉਦੋਂ ਤੋਂ 153A ਸੈਕਸ਼ਨ ਜਿਹੜਾ ਇਨਸਲਟਿੰਗ ਰਿਲੀਜੀਅਸ ਬਿਲੀਫਸ ਤੇ ਸੀਗਾ ਉਹ ਬਣਿਆ ਸੀਗਾ। 1927 ਵਿੱਚ ਦੇਖਦਿਆਂ ਹੋਇਆ ਕਿ ਹਿੰਦੂ ਮੁਸਲਿਮ ਬਹੁਤ ਦੰਗੇ ਸ਼ੁਰੂ ਹੋ ਗਏ ਨੇ, ਪ੍ਰੋਬਲਮ ਸ਼ੁਰੂ ਹੋ ਰਹੀਆਂ ਨੇ, ਦ ਬ੍ਰਿਟਿਸ਼ਰਸ ਫੋਰਸ ਹੋਏ ਸੀਗੇ ਕਿ 295A ਬਣਿਆ ਪੰਜਾਬ ਵਿੱਚ। ਉਸ ਤੋਂ ਬਾਅਦ 295AA ਆ ਗਿਆ, ਜਿਹਦੀ ਅਸੀਂ ਹੁਣ ਇਸ ਡਿਬੇਟ 'ਚ ਵੀ ਗੱਲ ਕਰ ਰਹੇ ਸੀਗੇ, ਜਿਹਦੇ ਨਾਲ ਲਾਈਫ ਇੰਪ੍ਰਿਜ਼ਨਮੈਂਟ ਦੀ ਅਸੀਂ ਗੱਲ ਕਰਦੇ ਹਾਂ। ਦ ਪ੍ਰੋਬਲਮ ਜਿਹੜੀ ਬਾਰ-ਬਾਰ ਐਕਸਪਰਟਸ ਨੇ ਹਾਈਲਾਈਟ ਕੀਤੀ ਆ ਉਹ ਹੈ ਕਿ ਸੈਕਰੀਲੇਜ ਦੀ ਡੈਫੀਨੇਸ਼ਨ ਬਹੁਤ ਅੱਛੀ ਤਰ੍ਹਾਂ ਕਲੀਅਰ ਨਹੀਂ ਹੈ ਸਾਡੀ। ਜੇ ਕਨਸਟੀਟਿਊਸ਼ਨ ਵੱਲ ਨਿਗਾਹ ਮਾਰੀਏ ਤਾਂ ਆਰਟੀਕਲ 14 ਇੰਟੈਲੀਜੀਬਲ ਡਿਫਰੈਂਸ਼ੀਆ ਦੀ ਗੱਲ ਕਰਦਾ ਹੈ ਵੀ ਜੇ ਦੇ ਕੋਈ
ਕੋਈ ਦੋ ਲਾਜ਼ ਕਲੱਬ ਕੀਤੇ ਜਾ ਰਹੇ ਹਨ, ਉਹਨਾਂ 'ਚ ਕਲੈਰਿਟੀ ਹੋਵੇ, ਤੇ ਸੈਕਰੀਲੇਜ ਦੀ ਕਲੈਰਿਟੀ ਨਾ ਹੋਣਾ ਦਾ ਮਤਲਬ ਉਹ ਮਿਸਯੂਜ਼ ਵੀ ਹੋ ਸਕਦਾ ਹੈ। ਆਰਟੀਕਲ 21 ਰੀਜ਼ਨੇਬਲਨੈਸ ਫॉर ਲਾਈਫ ਪੈਨਲਟੀ ਦੀ ਗੱਲ ਕਰਦਾ ਹੈ, ਜੋ ਇਹ ਲਾਅ ਸਪੈਸੀਫਾਈ ਨਹੀਂ ਕਰਦਾ ਹੈ ਕਿ ਲਾਈਫ ਇੰਪ੍ਰਿਜ਼ਨਮੈਂਟ ਕਿਸ ਨੂੰ ਇਸ ਕੇਸ 'ਚ ਦੇਣੀ ਹੈ, ਕਿਸ ਨੂੰ ਸੈਕਰੀਲੇਜ ਦੇ ਕੇਸ 'ਚ ਨਹੀਂ ਦੇਣੀ। ਇਹੋ ਜਿਹੇ ਕਈ ਇਸ਼ੂਜ਼ ਨੇ, ਲੇਕਿਨ ਮੈਂ ਇਹ ਵੀ ਯਾਦ ਦਿਲਾਉਣਾ ਚਾਹੁੰਦਾ ਕਿ ਇਹਨੂੰ ਧਰਮ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ, ਕਿਉਂਕਿ 2015 ਦੀ ਜਦੋਂ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਉਦੋਂ ਮੁਸਲਿਮ ਰਿਲੀਜੀਅਨ ਦੇ ਵੀ ਸੈਂਟੀਮੈਂਟਸ ਹਰਟ ਹੋਏ ਸੀਗੇ, ਜਦੋਂ ਕੁਰਾਨ ਦੇ ਵਰਕੇ ਪਾੜੇ ਗਏ ਸੀਗੇ, ਉਦੋਂ ਓਬਵੀਅਸਲੀ ਗੁਰੂ ਗ੍ਰੰਥ ਸਾਹਿਬ ਦੇ ਜਾਂ ਗੁਟਕਿਆਂ ਦੇ ਇਹੋ ਜਿਹੀ ਸੈਕਰੀਲੇਜਸ ਹੋਈਆਂ ਸੀਗੀਆਂ। ਹੁਣ ਇੱਕ ਵਾਰ ਫੇਰ ਅੰਮ੍ਰਿਤਸਰ ਕਪੂਰਥਲਾ ਤੋਂ ਬਾਅਦ ਪਟਿਆਲਾ 'ਚ ਇੱਕ ਹਿੰਦੂ ਮੰਦਿਰ 'ਚ ਸੈਕਰੀਲੇਜ ਅਟੈਂਪਟ ਕੀਤੀ ਗਈ ਹੈ। ਸੋ ਇਹ ਧਾਰਮਿਕ ਮੁੱਦਾ ਨਹੀਂ ਹੈ, ਇਹਦਾ ਮੋਡਸ ਆਪਰੈਂਡੀ ਮੈਨੂੰ ਲੱਗਦਾ ਹੈ ਇੱਕ ਪੁਆਇੰਟ ਆਊਟ ਕੀਤਾ ਗਿਆ ਸੀਗਾ ਇਸ ਡਿਬੇਟ ਸ਼ਾਇਦ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਵੱਲੋਂ, ਕਿ ਜਿਸ ਤਰ੍ਹਾਂ ਦਾ ਮੋਡਸ ਆਪਰੈਂਡੀ ਅਸੀਂ ਅੰਮ੍ਰਿਤਸਰ 'ਚ ਉਸ ਵੀਡੀਓ 'ਚ ਦੇਖਿਆ, ਉਵੇਂ ਦਾ ਹੀ ਕੱਲ ਪਟਿਆਲਾ ਵੀ ਦਿਖਿਆ ਹੈ। ਸੋ ਇਹਦੇ ਤੇ ਬਹੁਤ ਸੀਰੀਅਸ ਐਕਸ਼ਨ, ਬਹੁਤ ਸੀਰੀਅਸ ਗੱਲ ਇਹ ਹੋਣ ਦੀ ਲੋੜ ਹੈ। ਇਹਨੂੰ ਸਿਰਫ ਇੱਕ ਇਲੈਕਸ਼ਨ ਇਸ਼ੂ ਬਣਾ ਕੇ ਨਾ ਛੱਡ ਦਿੱਤਾ ਜਾਵੇ, ਵਰਨਾ 2022 ਤੋਂ ਬਾਅਦ 2024 ਦੀ ਵੀ ਦੇਸ਼ 'ਚ ਪੋਲ ਨੇੜੇ ਹੀ ਹੈ, ਤੇ ਉਸ ਤੋਂ ਬਾਅਦ ਫਿਰ ਅਗਲੀ ਇਲੈਕਸ਼ਨ ਤੋਂ ਬਾਅਦ ਯਾਨੀ ਕਿ ਇਹ ਕੁਝ ਹੁੰਦਾ ਹੀ ਰਹੇਗਾ। ਇੱਥੇ ਕੋਈ ਸਪੈਸੀਫਿਕ ਪਲਾਨ, ਸਪੈਸੀਫਿਕ ਐਕਸ਼ਨ ਲੈਣ ਦੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਕਿਹਾ ਜਾਂਦਾ ਹੈ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਸ ਤਰ੍ਹਾਂ ਦੇ ਅਸੀਂ ਡਿਬੇਟਸ, ਇੰਪੋਰਟੈਂਟ ਇਸ਼ੂਜ਼ ਤੇ ਜਿਹੜੇ ਤੁਹਾਨੂੰ ਰਿਲੇਟ ਕਰਦੇ ਨੇ ਉਹ ਲੈ ਕੇ ਆਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ ਤੇ। ਇੱਕ ਵਾਰ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਗੈਸਟ ਦਾ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ।